ਤਾਂ ਥਿੰਨ ਸਾਹਿਬ ਆਪਣੀ ਜਿਹੜੀ ਕਮੀ ਆ ਉਹ ਲੱਭਣੀ ਬਹੁਤ ਔਖੀ ਆ, ਬੰਦੇ ਨੂੰ ਦਿਸਦੀ ਨਹੀਂ ਹੈ। ਪਰ ਦੱਸਣ ਵਾਲੇ ਬਥੇਰੇ ਆ ਇੱਥੇ, ਦੱਸਣ ਵਾਲੇ ਬਥੇਰੇ, ਪਰ ਉਹ ਲੱਗਦਾ ਜੀ ਤੁਸੀਂ ਡਿਫੈਂਡ ਕਰਨ ਲੱਗ ਪੈਂਦੇ ਆ। ਇੱਕ ਤਾਂ ਲੱਭਣੀ ਬਹੁਤ ਔਖੀ ਆ ਜੀ, ਫਿਰ ਮੰਨਣੀ ਬਹੁਤ ਔਖੀ ਹੈ ਜੀ। ਜੇ ਮੈਂ ਤੁਹਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਡੂ ਯੂ ਥਿੰਕ ਮੈਂ ਆਪਣੀ ਰਿਸਪੈਕਟ ਕਰ ਰਿਹਾ? ਨੋ, ਮੈਂ ਆਪਣੇ ਆਪ ਨੂੰ ਵੀ ਗਿਰਾ ਰਿਹਾ ਹੇਠਾਂ ਜਾ ਕੇ। ਇਹ ਹਉਮੈ ਆ ਜੀ, ਇਹ ਹਉਮੈ ਆ। ਹਉਮੈ ਵਾਲਾ ਬੰਦਾ ਬਸੰਤ ਸਾਹਿਬ ਅੱਗਾ ਉਹ ਦੂਜੇ ਦੀ ਸਿਫਤ ਨਹੀਂ ਸੁਣ ਸਕਦਾ। ਔਨ ਏਅਰ ਤਾਂ ਨਹੀਂ ਉਹ ਗੱਲ ਕਰਨਾ ਚਾਹੁੰਦੇ, ਪਰ ਉਹ ਕਹਿੰਦੇ ਵੀ ਇਹ ਜਿਹੜੀਆਂ ਕਮੀ ਪੇਸ਼ੀ ਦੀ ਗੱਲ ਕਰਦੇ ਨੇ ਤੁਸੀਂ, ਵੀ ਸੈਲਫ ਅਨੈਲਿਸਿਸ ਦੀ ਗੱਲ ਕਰਦੇ ਸੀ ਅਸੀਂ, ਵੀ ਸੈਲਫ ਅਨੈਲਿਸਿਸ ਕਿੰਨਾ ਕੁ ਜ਼ਰੂਰੀ ਆ ਅਤੇ ਫੇਅਰਲੀ ਕਿਵੇਂ ਕਰਨਾ ਚਾਹੀਦਾ। ਉਹ ਕਹਿੰਦੇ ਵੀ ਸੈਲਫ ਅਨੈਲਿਸਿਸ ਤੁਸੀਂ ਕਰ ਲੈਣਾ ਚਾਹੀਦਾ, ਕੋਈ ਇਹ 'ਚ ਇਤਰਾਜ਼ ਗੱਲ ਨਹੀਂ, ਪਰ ਜਿਹੜੀਆਂ ਆਪਣੀਆਂ ਕਮੀਆਂ ਹੀ ਲੱਭੀ ਜਾਣੀਆਂ ਨਾ, ਇਹ ਲੱਭ ਕੇ ਵੀ ਅੱਛਾ ਵੀ ਮੇਰੇ 'ਚ ਕਮੀ ਆ ਵੀ, ਕਹਿੰਦੇ ਕਈ ਲੋਕ ਲਿਸਟਾਂ ਬਣਾਉਣ ਲੱਗ ਜਾਂਦੇ ਆ, ਔਰ ਕਹਿੰਦੇ ਉਹ ਇਨਫੀਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਜਾਂਦੇ, ਇਵੈਂਚੁਅਲੀ ਪਿਚਕ ਕੇ ਰਹਿ ਜਾਂਦੇ ਆ। ਇਹ ਵੀ ਬਾਹਲਾ ਕੋਈ ਚੰਗਾ ਪ੍ਰੋਸੈਸ ਨਹੀਂ ਕਿ ਆਪਣੀਆਂ ਕਮੀਆਂ ਹੀ ਕਮੀਆਂ ਲੱਭੀ ਜਾਓ ਅਤੇ ਫਿਰ ਉਹਨਾਂ ਦੇ ਉੱਤੇ ਝੂਰੀ ਜਾਓ ਅਤੇ ਉਹਨਾਂ ਨੂੰ ਠੀਕ ਕਰਨ ਦੇ ਚੱਕਰ 'ਚ ਪਏ ਰਹੋ। ਕਹਿੰਦੇ ਐਸਾ ਇਨਫੀਰੀਅਰਿਟੀ ਕੰਪਲੈਕਸ ਆਏਗਾ, ਉੱਠ ਨਹੀਂ ਸਕੋਗੇ। ਜਦੋਂ ਤੁਸੀਂ ਕਿਸੇ ਕੋਲ ਬੈਠੇ ਆ ਨਾ ਜੀ, ਜੇ ਉਸ ਬੰਦੇ ਕੋਲ ਬੈਠੇ ਕੋ ਤੁਹਾਨੂੰ ਇਹ ਫੀਲਿੰਗ ਆਉਣ ਲੱਗ ਪਏ ਜਾ ਕੇ ਵੀ ਮੈਂ ਤਾਂ ਕੁਛ ਨਹੀਂ ਹੈ, ਮੈਂ ਤਾਂ ਇਵੇਂ ਹਾਂ, ਉਸ ਵੇਲੇ ਇਹ ਸਮਝ ਲੈਣਾ ਚਾਹੀਦਾ ਵੀ ਦੂਜਾ ਬੰਦਾ ਜਿਹੜਾ ਹੈਗਾ ਇਹ ਹਉਮੈ ਦਾ ਸ਼ਿਕਾਰ ਆ। ਉਹ ਤੁਹਾਨੂੰ ਫੀਲਿੰਗ ਦਵਾ ਰਿਹਾ ਇੱਦਾਂ ਦੀ ਜਾ ਕੇ। ਸਾਹਿਬ ਜਿਹੜੀ ਈਗੋ ਆ, ਈਗੋ ਦਾ ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ, ਇਹ ਤਾਂ ਛੋਟੀ ਛੋਟੀਆਂ ਗੱਲਾਂ ਦੇ ਉੱਤੇ ਈਗੋ ਕਰੀ ਜਾਂਦੇ ਆ। ਮੈਂ ਦੇਖਿਆ ਬੜਾ ਸਾਰਾ ਘਰ ਬਣਾ ਕੇ ਉਹਦੀ ਈਗੋ ਬਣਾ ਲੈਂਦੇ। ਉਹ ਘਰ ਦੱਸਣ ਲੱਗ ਪਊਗੇ ਜੀ, ਆ ਮੇਰਾ ਜਿਹੜਾ ਘਰ ਹੈਗਾ ਇੰਨੇ ਸਕੁਅਰ ਫੁੱਟ ਆ ਜਾ ਕੇ ਜੀ, ਮੇਰਾ ਘਰ ਫਲਾਣੇ ਏਰੀਏ ਦੇ ਵਿੱਚ ਆ ਜਾ ਕੇ ਜੀ। ਉਹ ਜਾ ਕੇ ਦੂਜਾ ਚਾਹੇ ਸੁਣਨਾ ਚਾਹੇ ਨਾ ਸੁਣੇ, ਤੁਸੀਂ ਉਹਨੂੰ ਸੁਣਾਈ ਜਾਣਾ ਜਾ। ਇਹ ਈਗੋ ਦੀ ਨਿਸ਼ਾਨੀ ਹੈ, ਇਹ ਸੈਲਫ ਰਿਸਪੈਕਟ ਨਹੀਂ। ਮੇਰਾ ਉਹ ਜੈਸੇ ਐਸੇ ਏਰੀਏ 'ਚੋਂ ਦੂਏ ਏਰੀਏ ਚੱਲ ਜਾਓ, ਜਿਹੜੇ ਕੁਛ ਏਰੀਏ ਚੰਗੇ ਸਮਝੇ ਉਹ ਉਹਦੇ ਵਿੱਚ ਕਰੀ। ਸਾਹਿਬ ਇਨਫੈਕਟ ਜਿਹੜੀ ਸੈਲਫ ਪ੍ਰੇਜ਼ ਦੀ ਵੀ ਮਾਂ ਆ ਉਹ ਇੱਕੋ ਹੀ ਆ। ਅਲੈਗਜ਼ੈਂਡਰ ਨੇ ਸਾਹਿਬ ਫਿਰ ਇਹ ਕਿਹਾ ਵੀ ਜਿਹੜੀ ਮੇਰੀ ਕਬਰ ਹੋਊਗੀ ਨਾ, ਉਹਦੇ ਉੱਤੇ 2 ਫੱਟੀਆਂ ਲਾਇਓ, 2 ਫੱਟੀਆਂ ਲਾਓ। ਇੱਕ ਤਾਂ ਇਹ ਲਾਇਓ, ਮੈਂ ਤਾਂ ਉਰਦੂ 'ਚ ਪੜ੍ਹਿਆ, ਮੈਂ ਅਹਿਮ ਥਾ, ਅਹਿਮ ਖਾਸ ਨੂੰ ਕਹਿੰਦੇ ਆ, ਮੈਂ ਅਹਿਮ ਥਾ ਯਹੀ ਵਹਿਮ ਥਾ। ਕਿਆ ਬਾਤ, ਮੈਂ ਅਹਿਮ ਥਾ ਯਹੀ ਵਹਿਮ ਥਾ। ਦੂਜੀ ਫੱਟੀ ਇਹ ਲਾਇਓ ਜੀ, ਮੈਂ ਆਮ ਥਾ ਔਰ ਯਹੀ ਅੰਜਾਮ। The Harjinder Thin Show. ਸਰ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ। ਥੈਂਕ ਯੂ ਸਿੰਧ। ਜਿਹੜੀ ਆਪਾਂ ਹਉਮੈ ਦੀਰਘ ਰੋਗ ਹੈ ਤਾਂ ਬਾਅਦ 'ਚ ਗੱਲਬਾਤ ਕਰਾਂਗੇ। ਹੋਰ ਜਿਹੜੀਆਂ ਦਿਲਚਸਪ ਗੱਲਾਂ ਬਾਤਾਂ ਸੁਣਾਉਂਦੇ ਹੁੰਦੇ ਤੁਹਾਡੇ ਵਰਜਿਸ਼ ਕਰਨ ਵੇਲੇ, ਜਿਹੜੀਆਂ ਤੁਹਾਨੂੰ ਲੋਕ ਦੱਸਦੇ ਰਹਿੰਦੇ ਆ, ਉਹ ਵੀ ਦੱਸੋ ਸਾਨੂੰ। ਨਹੀਂ, ਦਿਲਚਸਪ ਤਾਂ ਨਹੀਂ। ਹੁਣ ਤੁਸੀਂ ਵਰਜਿਸ਼ ਦੀ ਗੱਲ ਕਰਤੀ ਆ, ਵਰਜਿਸ਼ ਦੀ ਗੱਲ ਹੀ ਆ, 2-3 ਦਿਨ ਦੀ ਗੱਲ ਹੀ ਹੈ ਜੀ ਇਹ। ਉਹ ਮੈਨੂੰ ਆਪਣੇ ਇੱਕ ਬੰਦੇ ਉਹ ਕਹਿੰਦੇ ਸਾਨੂੰ ਪਤਾ ਲੱਗਾ ਵੀ ਤੁਸੀਂ ਦੋਵੇਂ ਲੜਦੇ ਘੱਟ ਆ। ਮੇਰੇ ਤੋਂ ਨਿਰਮਲ ਦੀ ਗੱਲ ਕਰਦੇ ਸੀ। ਮੈਂ ਕਿਹਾ ਉਹ ਘੱਟ ਕਹਿ ਸਕਦੇ ਹਾਂ, ਅਤੇ ਘੱਟ ਲੜਦੇ ਹਾਂ। ਮੈਂ ਕਿਹਾ ਹੁਣ ਤਾਂ ਲੜਦੇ ਹੀ ਨਹੀਂ ਉੱਦਾਂ। ਅਤੇ ਉਹ ਕਹਿੰਦਾ ਕਾਰਨ ਕੀ ਆ? ਮੈਂ ਕਿਹਾ ਵੀ ਕਾਰਨ ਮੈਂ ਤੁਹਾਨੂੰ ਇਹ ਦੱਸਦਾ ਵੀ ਮੇਰੇ ਜਿਹੜੇ ਫਾਦਰ ਆ ਉਹ ਰੈਸਲਰ ਸੇ, ਬ੍ਰਿਟਿਸ਼ ਉਪਾਰ ਚੈਂਪੀਅਨ ਸੇ, ਰੁਸਤਮ ਹਿੰਦ ਵੀ ਸੀਗੇ, ਬੜੇ ਭਲਵਾਨ ਸੇ। ਮੈਂ ਕਿਹਾ ਇੱਕ ਵਾਰ ਉਹ ਮੈਨੂੰ ਕਹਿੰਦੇ ਵੀ ਉਹ ਮੈਨੂੰ ਕੁਸ਼ਤੀ ਦੀ ਗੱਲਾਂ ਦੱਸ ਰਹੇ ਸੀ, ਅਤੇ ਇੱਕ ਵਾਰ ਮੈਨੂੰ ਕਹਿੰਦੇ ਵੀ ਮੈਂ ਤੈਨੂੰ ਇੱਕ ਗੱਲ ਦੱਸਾਂ, ਜਿਹੜੀ ਕੁਸ਼ਤੀ ਤੈਨੂੰ ਪੱਕਾ ਪਤਾ ਵੀ ਮੈਂ ਢਹਿਣਾ ਹੀ ਢਹਿਣਾ, ਉਹ ਕੁੜੀ ਦੀ ਨਹੀਂ ਹੁੰਦੀ। ਸੋ ਬਹੁਤ ਹੱਸੇ। ਮੈਂ ਕਿਹਾ ਸਾਡੇ ਨਾਲ ਲੜਨ ਦਾ ਬੜਾ ਕਾਰਨ ਇਹ ਵੀ ਆ ਵੀ ਜਿਹੜੀ ਕੁਸ਼ਤੀ ਤੁਹਾਨੂੰ ਪੱਕਾ ਪਤਾ ਵੀ ਤੁਸੀਂ ਢਹਿਣਾ ਹੀ ਢਹਿਣਾ ਨਾ, ਉਹ ਫਿਰ ਕੁੜੀ ਦੀ ਨਹੀਂ ਹੁੰਦੀ, ਲੜਦੇ ਹੀ ਨਹੀਂ ਤੁਸੀਂ, ਕੁੜੀ ਦੀ ਨਹੀਂ ਹੁੰਦੀ। ਮੈਂ ਕਿਹਾ ਅੱਛਾ। ਇੱਕ ਬੰਦੇ ਮੈਨੂੰ ਕਹਿੰਦੇ ਆਖੇ ਜੀ ਜਿਹੜਾ ਤੁਹਾਡਾ ਪ੍ਰੋਗਰਾਮ ਉਹ ਸੁਣਿਆ ਸੀਗਾ ਵੈਲੈਂਟਾਈਨ ਡੇ 'ਤੇ, ਤੁਸੀਂ ਆਖੇ ਫਿਰ ਜਿਹੜਾ ਹੈਗਾ ਇੱਦਾਂ ਲੱਗਾ ਵੀ ਤੁਸੀਂ ਸਾਰਾ ਹੀ ਸੱਚ ਦੱਸਿਆ। ਸੱਚੀ ਸੀ ਗੱਲ, ਮੈਡਮ ਦੱਸੀ ਸੀ। ਹਾਂ, ਸਾਰਾ ਸੱਚ ਦੱਸਿਆ। ਤੁਸੀਂ ਤਾਂ ਵਿੱਚ ਕਈ ਵਾਰੀ ਟੂਕਾਂ ਲਾ ਦਿੰਦੇ ਸੀ। ਨਹੀਂ, ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਵੀ ਜਿੰਨਾ ਦੱਸਿਆ ਉਹ ਸੱਚ ਦੱਸਿਆ, ਪਰ ਸਾਰਾ ਸੱਚ ਨਹੀਂ ਦੱਸਿਆ। ਅੱਛਾ। ਹਾਂ, ਜਿੰਨਾ ਦੱਸਿਆ ਉਹ ਸੱਚ ਦੱਸਿਆ, ਪਰ ਸਾਰਾ ਸੱਚ ਨਹੀਂ ਦੱਸਿਆ, ਕਿਉਂਕਿ ਕਈ ਸੱਚ ਐਸੇ ਹੈਗੇ ਆ ਜਿਹੜੇ ਸਿਰਫ ਤੁਸੀਂ ਆਪਣੇ ਕੋਲੇ ਰੱਖਦੇ ਆ। ਉਹ ਤੁਸੀਂ ਨਾ ਕਰਨ ਦੀ ਜ਼ਰੂਰਤ ਕਰਦੇ ਆ, ਨਾ ਤੁਸੀਂ ਸਮਝਦੇ ਆ ਵੀ ਉਹਨਾਂ ਦੇ ਦੱਸਣ ਨਾਲ ਕੋਈ ਫਾਇਦਾ ਹੋਣਾ ਜਾ ਕੇ। ਸੋ ਇਸ ਕਰਕੇ ਉਹ ਨਹੀਂ। ਬਾਕੀ ਇੱਕ ਥਿੰਨ ਸਾਹਿਬ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਬਹੁਤ ਆਉਂਦੀ ਹੈਗੀ ਆ ਵੀ ਜਦ ਤੱਕ ਅਸੀਂ ਆਪਣੀਆਂ ਕਮੀਆਂ ਨਹੀਂ ਮਹਿਸੂਸ ਕਰਨੀਆਂ ਨਾ ਜੀ, ਉਦੋਂ ਤੱਕ ਗੱਲ ਨਹੀਂ ਬਣਨੀ ਹੈ। ਜਿੰਨੇ ਮਰਜ਼ੀ ਲੀਡਰ ਬਣ ਜਾਣ, ਜੋ ਪੈਸੇ ਕਮਾ ਲਓ ਮਰਜ਼ੀ, ਜਦ ਤੁਸੀਂ ਸੈਲਫ 'ਤੇ ਆਪਣੇ ਨੂੰ ਥੋੜ੍ਹਾ ਜਿਹਾ ਇਹਦੇ 'ਤੇ ਨਿਗਾਹ ਮਾਰਨ ਦੀ ਲੋੜ ਹੈਗੀ ਆ। ਮੈਂ ਕੋਸ਼ਿਸ਼ ਕਰਦਾ ਰਹਿੰਦਾ ਜੀ ਵੀ ਮੈਂ ਕਮੀਆਂ ਕੱਢਾਂ ਆਪਣੇ। ਦੇਖੋ ਇੱਕ ਤਾਂ ਥਿੰਨ ਸਾਹਿਬ ਆਪਣੀ ਜਿਹੜੀ ਕਮੀ ਆ ਉਹ ਲੱਭਣੀ ਬਹੁਤ ਔਖੀ ਆ,
ਬੰਦੇ ਨੂੰ ਦਿਸਦੀ ਨਹੀਂ ਹੈ। ਪਰ ਦੱਸਣ ਵਾਲੇ ਬਥੇਰੇ ਆ ਇੱਥੇ ਲੋਕ। ਦੱਸਣ ਵਾਲੇ ਬਥੇਰੇ, ਪਰ ਉਹ ਲੱਗਦਾ ਨਹੀਂ ਤੁਸੀਂ ਡਿਫੈਂਡ ਕਰਨ ਲੱਗ ਪੈਂਦੇ ਆ। ਇੱਕ ਤਾਂ ਲੱਭਣੀ ਬਹੁਤ ਔਖੀ ਹੈ ਜੀ, ਫਿਰ ਮੰਨਣੀ ਬਹੁਤ ਔਖੀ ਹੈ ਜੀ, ਫਿਰ ਮੰਨ ਕੇ ਉਹ ਕਹਿਣੀ ਬਹੁਤ ਔਖੀ ਹੈ ਜੀ, ਕਹਿਣੀ ਕਰਕੇ ਫਿਰ ਉਹਨੂੰ ਰਿਮੂਵ ਕਰਨਾ ਤਾਂ ਹੋਰ ਵੀ ਔਖਾ ਹੈ। ਸੋ ਇਹ ਸਾਰੀਆਂ ਸਟੇਜਸ ਜਿਹੜੀਆਂ ਹੈਗੀਆਂ ਜੀ, ਵੀ ਪਹਿਲਾਂ ਤੁਹਾਨੂੰ ਲੱਭਣ ਦੀ ਲੋੜ ਆ, ਫਿਰ ਉਹਨੂੰ ਮੰਨਣ ਦੀ ਲੋੜ ਆ ਜੀ, ਫਿਰ ਉਹਨੂੰ ਕਹਿਣ ਦੀ ਲੋੜ ਆ, ਔਰ ਫਿਰ ਉਹਨੂੰ ਰਿਮੂਵ ਕਰਨ ਦੀ ਲੋੜ ਆ। ਜਦ ਤੱਕ ਸਾਡੇ ਤੋਂ ਉਹ ਕਮੀਆਂ ਨਹੀਂ ਹੋਣ, ਇਹ ਆ ਜਿਹੜੀ ਅੱਜ ਗੱਲ ਕਰਨੀ ਹੈ ਇਹਦੇ ਨਾਲ ਲਿੰਕ ਵੀ ਆ। ਤੁਸੀਂ ਇਹ ਵੀ ਕਹਿ ਸਕਦੇ ਆ ਵੀ ਇਹ ਕੀ ਯਾਰ ਆਪਣੀਆਂ ਕਮੀਆਂ ਲੱਭੀ ਜਾਓ, ਇਹ ਤਾਂ ਕੋਈ ਗੱਲ, ਪਰ ਮੈਨੂੰ ਇੱਦਾਂ ਲੱਗਦਾ ਹੈਗਾ ਜੀ ਵੀ ਜਦ ਤੱਕ ਸਾਨੂੰ ਆਪਣੀਆਂ ਸ਼ਾਰਟ ਕਮਿੰਗਸ ਨਹੀਂ ਪਤਾ ਲੱਗਣੀਆਂ ਨਾ ਜੀ ਜਾ ਕੇ, ਔਰ ਉਹਨਾਂ ਨੂੰ ਰਿਮੂਵ ਕਰਨ ਦੀ ਅਸੀਂ ਕੋਸ਼ਿਸ਼ ਨਹੀਂ ਕਰਨੀ, ਉਦੋਂ ਤੱਕ ਮਸਲੇ ਬਹੁਤੇ ਹੱਲ ਨਹੀਂ ਹੋਣੇ ਹੈ। ਮਸਲੇ ਹੱਲ ਉਹਦੇ ਜ਼ਿਆਦਾ ਹੋਣੇ ਜਦ ਮੈਨੂੰ ਪਤਾ ਲੱਗੇ ਵੀ ਮੇਰੇ 'ਚ ਕੀ ਕਮੀ ਆ, ਕਿਉਂਕਿ ਮੈਂ ਆਪਣੇ ਆਪ ਨੂੰ ਚਾਂਸ ਜ਼ਿਆਦਾ ਆ ਠੀਕ ਕਰਦੇ ਬਜਾਏ ਇਸ ਦੇ ਮੈਂ ਕਹਾਂ ਵੀ ਮਿਸਟਰ ਥਿੰਦ ਤੁਹਾਡੇ 'ਚ ਆਹ ਗੱਲ ਹੈ ਤੁਸੀਂ ਸੂਤ ਕਰੋ, ਕਿਉਂਕਿ ਮਿਸਟਰ ਥਿੰਦ ਤਾਂ ਮੇਰੀ ਗੱਲ ਮੰਨੂਗੇ ਜਾਂ ਨਹੀਂ ਮੰਨੂਗੇ, ਪਰ ਮੇਰਾ ਤਾਂ ਆਪਣੇ ਆਪ 'ਤੇ ਕੰਟਰੋਲ ਹੋਣਾ ਚਾਹੀਦਾ ਵੀ ਮੈਂ ਤਾਂ ਕੁਛ ਮੰਨਣਾ। ਸੋ ਮੇਰਾ ਕਹਿਣ ਦਾ ਇਹ ਆ ਵੀ ਇੱਧਰ ਨੂੰ ਥੋੜ੍ਹਾ ਧਿਆਨ ਜ਼ਰੂਰ ਦੇ ਲਿਆ ਕਰੀਏ ਆਪਾਂ ਜਾ ਕੇ। ਇਹ ਘਰਾਂ ਵਿੱਚ ਵੀ ਫਾਇਦਾ ਰਹੂਗਾ ਇਸ ਗੱਲ ਦੇ ਨਾਲ, ਜੇ ਸਾਰੇ ਘਰ ਦੇ ਪਾਰਟਨਰ ਜਿਹੜੇ ਹੈਗੇ ਆ ਆਪਣੀਆਂ ਦੇਖਣ ਵੀ ਮੈਂ ਕੀ ਕਰ ਸਕਦਾ, ਮੇਰੇ 'ਚ ਕੀ ਕਮੀ ਹੈਗੀ ਆ। ਸੋ ਇਹ ਮੇਰੇ ਦਿਮਾਗ 'ਚ ਗੱਲ ਆਈ ਸੀ। ਇੱਕ ਵੈਸੇ ਮਨੋਵਿਗਿਆਨੀ ਨੇ, ਮੈਂ ਉਹਨਾਂ ਨਾਲ ਅਕਸਰ ਗੱਲਬਾਤ ਕਰਦਾ ਰਹਿਣਾ, ਔਨ ਏਅਰ ਤਾਂ ਨਹੀਂ ਉਹ ਗੱਲ ਕਰਨਾ ਚਾਹੁੰਦੇ, ਪਰ ਉਹ ਕਹਿੰਦੇ ਵੀ ਇਹ ਜਿਹੜੀਆਂ ਕਮੀ ਪੇਸ਼ੀ ਦੀ ਗੱਲ ਕਰਦੇ ਨੇ ਤੁਸੀਂ, ਵੀ ਸੈਲਫ ਅਨੈਲਿਸਿਸ ਦੀ ਗੱਲ ਕਰਦੇ ਸੀ ਅਸੀਂ, ਵੀ ਸੈਲਫ ਅਨੈਲਿਸਿਸ ਕਿੰਨਾ ਕੁ ਜ਼ਰੂਰੀ ਆ ਅਤੇ ਫੇਅਰਲੀ ਕਿਵੇਂ ਕਰਨਾ ਚਾਹੀਦਾ। ਉਹ ਕਹਿੰਦੇ ਵੀ ਸੈਲਫ ਅਨੈਲਿਸਿਸ ਤੁਸੀਂ ਕਰ ਲੈਣਾ ਚਾਹੀਦਾ, ਕੋਈ ਇਹ 'ਚ ਇਤਰਾਜ਼ ਗੱਲ ਨਹੀਂ, ਪਰ ਜਿਹੜੀਆਂ ਆਪਣੀਆਂ ਕਮੀਆਂ ਹੀ ਲੱਭੀ ਜਾਣੀਆਂ ਨਾ, ਇਹ ਲੱਭ ਕੇ ਵੀ ਅੱਛਾ ਆਹ ਵੀ ਮੇਰੇ 'ਚ ਕਮੀ ਆ ਵੀ, ਕਹਿੰਦੇ ਕਈ ਲੋਕ ਲਿਸਟਾਂ ਬਣਾਉਣ ਲੱਗ ਜਾਂਦੇ ਆ, ਔਰ ਕਹਿੰਦੇ ਉਹ ਇਨਫੀਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਜਾਂਦੇ, ਇਵੈਂਚੁਅਲੀ ਪਿਚਕ ਕੇ ਰਹਿ ਜਾਂਦੇ ਆ। ਇਹ ਵੀ ਬਾਹਲਾ ਕੋਈ ਚੰਗਾ ਪ੍ਰੋਸੈਸ ਨਹੀਂ ਕਿ ਆਪਣੀਆਂ ਕਮੀਆਂ ਹੀ ਕਮੀਆਂ ਲੱਭੀ ਜਾਓ ਅਤੇ ਫਿਰ ਉਹਨਾਂ ਦੇ ਉੱਤੇ ਝੂਰੀ ਜਾਓ ਅਤੇ ਉਹਨਾਂ ਨੂੰ ਠੀਕ ਕਰਨ ਦੇ ਚੱਕਰ 'ਚ ਪਏ ਰਹੋ। ਕਹਿੰਦੇ ਐਸਾ ਇਨਫੀਰੀਅਰਿਟੀ ਕੰਪਲੈਕਸ ਆਏਗਾ, ਉੱਠ ਨਹੀਂ ਸਕੋਗੇ। ਥਿੰਦ ਸਾਹਿਬ ਇੱਕ ਮੈਂ ਜਾਂ ਦੇਖੋ ਬੜੇ ਵਿਦਵਾਨ ਹੋਣੇ ਆ ਜਿਹਨੇ ਇਹ ਗੱਲਾਂ ਕੀਤੀਆਂ, ਮੈਂ ਨਹੀਂ ਕਹਿੰਦਾ ਉਹ ਨਾ ਮੇਰਾ ਮਤਲਬ ਹੈਗਾ ਉਹਨਾਂ ਨੂੰ ਕੋਈ ਖੰਡਨ ਕਰਨ ਦੀ ਗੱਲ ਹੈਗੀ। ਮੇਰਾ ਕਹਿਣ ਤੋਂ ਮਤਲਬ ਹੈ ਵੀ ਦੂਜੇ ਦੀਆਂ ਕਮੀਆਂ ਤਾਂ ਅਸੀਂ ਦੇਖਦੇ ਹੀ ਰਹਿੰਦੇ ਹਾਂ ਜੀ, ਉਹਨਾਂ ਨੂੰ ਤਾਂ ਸਾਨੂੰ ਲੋੜ ਨਹੀਂ ਹੈ ਦੱਸਣ ਦੀ ਜਾ ਕੇ ਪਵੇ ਤੂੰ ਦੂਜੇ ਦੀ ਦੇਖਣ। ਇਹ ਸਬਜੈਕਟ ਘੱਟ ਆ, ਤਾਂ ਮੈਂ ਕਿਹਾ ਵੀ ਇਹਦੇ ਵੱਲ ਘੱਟ ਧਿਆਨ ਦਿੱਤਾ ਜਾਂਦਾ। ਜ਼ਿਆਦਾ ਝਗੜੇ ਜ਼ਿਆਦਾ ਲੜਾਈਆਂ ਇਸ ਕਰਕੇ ਨਹੀਂ ਹੁੰਦੀਆਂ ਹੈਗੀਆਂ ਵੀ ਮੇਰੇ 'ਚ ਕਮੀ ਬਹੁਤ ਹੈ ਜਾ ਕੇ, ਜ਼ਿਆਦਾ ਲੜਾਈਆਂ ਝਗੜੇ ਆਪਸੀ ਕਲੇਸ਼ ਘਰਾਂ ਦੇ ਵਿੱਚ ਇਸ ਗੱਲ ਕਰਕੇ ਜ਼ਿਆਦਾ ਹੁੰਦੇ ਆ ਜਾ ਕੇ ਵੀ ਦੂਜੇ ਦੀਆਂ ਦੇਖਦੇ ਰਹਿੰਦੇ, ਆਪਣੀਆਂ ਨਹੀਂ ਦੇਖਦੇ ਆ ਜਾ ਕੇ। ਮੇਰਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਮਨੋਵਿਗਿਆਨਕ ਰੋਗੀ ਬਣ ਜਾਓ ਜਾ ਕੇ ਇਹ ਦੇਖਿਆ, ਪਰ ਘੱਟੋ ਘੱਟ ਆਪਣੇ ਪਤਾ ਤਾਂ ਹੋਵੇ ਵੀ ਆਹ ਮੇਰੇ ਵਿੱਚ ਹੈਗੀ। ਕਈ ਲੋਕ ਤਾਂ ਸਵੇਰੇ ਸ਼ਾਮ ਉਹ ਕਹਿੰਦੇ ਸ਼ਾਮ ਨੂੰ ਐਕਸੈਸ ਕਰ ਰਿਹਾ, ਮੈਂ ਕਮੀ ਲੱਭ ਰਿਹਾ, ਆਪਣੀ ਲਿਸਟ ਬਣਾ ਲੈਂਦੇ ਆ ਉਹ ਕਮੀਆਂ ਦੀ। ਮੈਨੂੰ ਨਹੀਂ ਥਿੰਦ ਸਾਹਿਬ ਅਜੇ ਤੱਕ ਕੋਈ ਬੰਦਾ ਮਿਲਿਆ ਵੀ ਜਿਹੜਾ ਇੰਨਾ ਤਿੱਖਾ ਹੋਵੇ ਵੀ ਰੋਜ਼ ਇਹੀ ਦੇਖਦਾ ਰਹਿੰਦਾ ਰੋਜ਼। ਮੈਨੂੰ ਉਹ ਤਾਂ ਮਿਲੇ ਆ ਜਿਹੜੇ ਆਪਣੀ ਤਾਂ ਦੇਖਦੇ ਰਹਿੰਦੇ ਆ, ਕਮੀਆਂ ਦੇਖਣ ਵਾਲੇ ਘੱਟ ਮਿਲੇ ਆ, ਪਰ ਜੇ ਤਿਫੇ ਵੀ ਦੇਖ ਲੈਣੀਆਂ ਚਾਹੀਦੀਆਂ। ਚਲੋ ਕੋਈ ਲਿਸਟ ਵੀ ਬਣਾ ਲਈ, ਮਾੜੀ ਗੱਲ ਨਹੀਂ। ਚਲੋ ਇਹ ਨਹੀਂ ਹਉਮੈ ਦੀਰਘ ਰੋਗ ਹੈ ਵੈਸੇ ਇੱਕ ਬਹੁਤ ਗੋਲਡਨ ਰੂਲ ਆ ਮੇਰਾ ਖਿਆਲ ਆ, ਬਾਣੀ ਦੇ ਵਿੱਚ ਵੀ ਇਹ ਦਰਜ ਹੈ, ਅਤੇ ਇਹਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ। ਥਿੰਦ ਸਾਹਿਬ ਦੇਖੋ ਜਿਹੜਾ ਹਉਮੈ ਤੁਸੀਂ ਇਹਦਾ ਨਾਂ ਕੋਈ ਵੀ ਦੇ ਲਓ, ਈਗੋ ਹਉਮੈ ਕਹਿ ਲਓ, ਈਗੋ ਕਹਿ ਲਓ, ਖੁਦੀ ਕਹਿ ਲਓ, ਹੰਕਾਰ ਕਹਿ ਲਓ ਜਾ ਕੇ ਜੀ, ਜੋ ਤਕੱਬਰ ਕਹਿ ਲਓ ਜਾ ਕੇ, ਡਿਫਰੈਂਟ ਇਹਦੇ ਨਾਂ ਜਿਹੜੇ ਤੁਹਾਡੇ ਹੈਗੇ ਆ, ਜਿਹੜੇ ਤੁਸੀਂ ਕਹਿ ਸਕਦੇ ਹੈਗੇ ਆ। ਇਹਨੂੰ ਜਿੱਦਾਂ ਕਈ ਵਾਰ ਥਿੰਦ ਸਾਹਿਬ ਮੈਨੂੰ ਲੱਗਦਾ ਇਹ ਸੈਲਫ ਰਿਸਪੈਕਟ ਔਰ ਈਗੋ 'ਚ ਬੜੀ ਥਿੰਨ ਜਿਹੀ ਲਾਈਨ ਹੈ ਜਿਹੜੀ ਇਹਨੂੰ ਡਿਵਾਈਡ ਕਰਦੀ ਆ ਵੀ ਤੁਸੀਂ ਵੀ ਈਗੋ ਆ ਤੁਹਾਡੇ 'ਚ ਹਉਮੈ ਆ ਜਾਂ ਤੁਹਾਡੇ 'ਚ ਆਪਣੇ ਆਪ ਆਤਮ ਵਿਸ਼ਵਾਸ ਹੈ, ਠੀਕ ਹੈ ਨਾ ਜੀ, ਸੈਲਫ ਐਸਟੀਮ। ਹਾਂ ਵੀ ਕੀ ਆ, ਪਰ ਉਹ ਮੈਂ ਦੇਖਿਆ ਇਹ ਫਰਕ ਹੈ ਇਹਦੇ 'ਚ। ਅੱਛਾ ਜੀ, ਹਾਂ ਫਰਕ ਹੈਗਾ ਇਹਦੇ ਵਿੱਚ। ਫਰਕ ਇਹਦੇ ਵਿੱਚ ਇਹ ਦੇਖਿਆ, ਇੱਕ ਤਾਂ ਜਿਹੜੇ ਬੰਦਿਆਂ ਦੇ ਵਿੱਚ ਸੈਲਫ ਰਿਸਪੈਕਟ ਹੈ ਨਾ ਜੀ, ਉਹ ਦੂਜੇ ਦੀ ਡਿਸਰਿਸਪੈਕਟ ਨਹੀਂ ਕਰਦੇ। ਸੈਲਫ ਰਿਸਪੈਕਟ ਉਹਨਾਂ 'ਚ ਹੈਗੀ ਆ, ਪਰ ਉਹ ਦੂਜੇ ਦੀ ਡਿਸਰਿਸਪੈਕਟ ਨਹੀਂ ਕਰਦੇ। ਜਿਹੜੇ ਹੰਕਾਰੇ ਹੋਏ ਉਹ ਕਰਦੇ, ਜਿਹੜੇ ਹਾਂ ਜਿਹਨਾਂ ਦੀ ਈਗੋ ਹੈ, ਜਿਹਨੂੰ ਹਉਮੈ ਹੈ, ਜਿਹਨਾਂ ਵਿੱਚ ਆਪਣੇ ਕਹਿੰਦੇ ਆ, ਉਹ ਦੂਜੇ ਨੂੰ ਉਹ ਸਿਫਤ ਉਹਦੀ ਕਰੂਗੇ ਔਰ ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰੂਗੇ। ਸੈਲਫ ਰਿਸਪੈਕਟਿੰਗ ਬੰਦਾ ਦੂਜੇ ਨੂੰ ਨੀਚਾ ਨਹੀਂ ਦਿਖਾਉਂਦਾ। ਜਿਹੜਾ ਬੰਦਾ ਦੂਜੇ ਨੂੰ ਨੀਚਾ ਦਿਖਾਉਂਦਾ, ਇਹਦਾ ਮਤਲਬ ਉਹ ਆਪ ਊਣਾ ਹੀ ਹੁੰਦਾ, ਬੋਨਾ ਹੀ ਹੁੰਦਾ, ਆਪ ਉਹ ਊਣਾ ਹੀ ਹੁੰਦਾ ਜਾ ਕੇ। ਉਹ ਫਿਰ ਇਹ ਨਹੀਂ ਕਹਿ ਸਕਦਾ ਜੀ ਵੀ ਮੈਂ ਸੈਲਫ ਰਿਸਪੈਕਟਿੰਗ ਬੰਦਾ, ਉਹ ਆਪਣੀ ਵੀ ਰਿਸਪੈਕਟ ਨਹੀਂ ਹੈ ਉਹਦੀ। ਜੇ ਮੈਂ ਤੁਹਾਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਡੂ ਯੂ ਥਿੰਕ ਮੈਂ ਆਪਣੀ ਰਿਸਪੈਕਟ ਕਰ ਰਿਹਾ? ਨੋ, ਮੈਂ ਆਪਣੇ ਆਪ ਨੂੰ ਵੀ ਗਿਰਾ ਰਿਹਾ ਹੇਠਾਂ ਜਾ ਕੇ। ਇਹ ਹਉਮੈ ਹੈ ਜੀ, ਇਹ ਹਉਮੈ। ਹਉਮੈ ਵਾਲਾ ਬੰਦਾ ਬਸੰਤਾ ਵੇਗਾ, ਉਹ ਦੂਜੇ ਦੀ ਸਿਫਤ ਨਹੀਂ ਸੁਣ ਸਕਦਾ। ਅੱਛਾ, ਜਿਹਦੇ ਈਗੋ ਆ, ਜੇ ਚਲੋ ਹੁਣ ਆਪਾਂ ਸੁਣਨ ਵਾਲਿਆਂ ਨੂੰ ਮੈਂ ਕਹਿ ਦੇਵਾਂ, ਮੈਂ ਈਗੋ ਕਹਿ ਦੇਵਾਂ ਜਾਂ ਹਉਮੈ ਕਹਿ ਦੇਵਾਂ, ਇੱਕੋ ਹੀ ਗੱਲ ਹੋਣੀ ਹੈ, ਠੀਕ ਹੈ ਜੀ। ਉਹ ਤਾਂ ਕਹਿੰਦਾ ਮੇਰੀ ਸਿਫਤ ਹੀ ਕਰੋ। ਹਾਂ, ਉਹ ਜਿਹੜਾ ਦੂਜੇ ਦੀ ਸਿਫਤ ਸੁਣੇ ਨਹੀਂ ਸਕਦਾ ਜਾ ਕੇ,
ਉਹ ਸਿਰਫ ਆਪਣੀ ਜਿਹੜੀ ਹੈਗੀ ਆ ਸੁਣਦਾ, ਔਰ ਉਹਦੇ ਵਿੱਚ ਈਗੋਇਸਟ ਬੰਦਿਆਂ ਨੇ ਥਿੰਦ ਸਾਹਿਬ ਦੁਨੀਆ ਦੇ ਵਿੱਚ ਬਹੁਤ ਬੜੀਆਂ ਮਹਾਨ ਚੇਂਜਿਸ ਵੀ ਕੀਤੀਆਂ। ਜਿਹੜੇ ਬੰਦਿਆਂ ਨੂੰ ਇਹ ਲੱਗਦਾ ਹੁੰਦਾ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ ਹੈ, ਜਿਹੜਾ ਈਗੋਇਸਟ ਬੰਦਾ ਹੈ ਉਹਨੂੰ ਇਹ ਲੱਗਦਾ ਹੁੰਦਾ ਜੀ ਵੀ ਮੇਰੇ ਵਰਗਾ ਨਹੀਂ ਹੈ ਕੋਈ ਵੀ, ਜਾ ਕੇ ਮੈਂ ਤਾਂ ਹੈਗਾ ਮੈਂ ਹੈਗਾ। ਔਰ ਜਿੰਨੇ ਇਹ ਬੜਬੜੇ ਹੋਏ ਆ ਇਹ ਇੰਨੇ ਈਗੋਇਸਟ ਹੋਏ ਆ, ਚਾਹੇ ਤੁਸੀਂ ਗੈਂਗਸ ਖਾਨ ਲੈ ਲਓ, ਤੁਸੀਂ ਚਾਹੇ ਇਹਨੂੰ ਅਲੈਗਜ਼ੈਂਡਰ ਨੂੰ ਲੈ ਲਓ, ਤਾਂ ਦੂਜੇ ਹੁਣ ਮੈਂ ਅੱਗੇ ਇੱਕ ਗੱਲ ਕੀਤੀ ਸੀ, ਹੁਣ ਫਿਰ ਮੈਂ ਤੁਹਾਨੂੰ ਉਹ ਰਿਪੀਟ ਕਰ ਦਿੰਦਾ ਜੀ, ਅਲੈਗਜ਼ੈਂਡਰ ਵਾਲੀ। ਹੁਣ ਅਲੈਗਜ਼ੈਂਡਰ ਦੇ ਵਿੱਚ ਜਿਹੜਾ ਸੀਗਾ ਉਸ ਬੰਦੇ ਦਾ ਨਾਂ ਆ ਹਿਸਟਰੀ ਵਿੱਚ ਬਹੁਤ, ਦੁਨੀਆ ਵਿੱਚ ਹੁਣ ਵੀ ਗੱਲ ਕਰੋ ਤਾਂ ਸਿਕੰਦਰ ਆਜ਼ਮ, ਉਹਨੂੰ ਆਜ਼ਮ ਕਿਹਾ ਜਾਂਦਾ, ਦੀ ਗ੍ਰੇਟ। ਈਗੋ ਸੀ ਉਹਦੇ 'ਚ। ਈਗੋ ਇਹਦੇ 'ਚ ਬਹੁਤ ਸੀ ਜੀ। ਵੈਸੇ ਤਾਂ ਥਿੰਦ ਸਾਹਿਬ ਜਿਹੜੀ ਈਗੋ ਆ ਜਾਂ ਹਉਮੈ ਆ, ਮੈਨੂੰ ਇਹ ਲੱਗਦਾ ਇਹ ਇੱਕ ਕੁਦਰਤੀ ਫਿਤਰਤ ਆ, ਕੁਦਰਤੀ ਫਿਤਰਤ ਹਰ ਆਦਮੀ ਦੇ ਵਿੱਚ ਆ, ਘੱਟ ਵੱਧ ਦਾ ਹੀ ਰੌਲਾ ਹੈਗਾ ਆ। ਇੱਦਾਂ ਨਹੀਂ ਹੈ ਵੀ ਬੰਦਾ ਬਿਲਕੁਲ ਈਗੋ ਫਰੀ ਆ ਜਾਂ ਇਹ ਬਿਲਕੁਲ ਫੁੱਲ ਆਫ ਸਾਰਾ ਉਹ ਨਾਰਸਿਸਟ ਆ, ਕੁਛ ਬੰਦੇ ਹੋਊਗੇ ਜਾ ਕੇ ਕਹਿ ਸਕਦੇ ਹਾਂ। ਪਰ ਜ਼ਿਆਦਾ ਬੰਦੇ ਜਿਹੜੇ ਬੰਦਿਆਂ ਦੇ ਵਿੱਚ ਈਗੋ ਜ਼ਿਆਦਾ ਹੈ, ਉਹਦੀ ਵਰਲਡ ਦੇ ਵਿੱਚ ਤਬਦੀਲੀਆਂ ਵੀ ਬਹੁਤ ਕੀਤੀਆਂ, ਵਰਲਡ ਦਾ ਨੁਕਸਾਨ ਵੀ ਬਹੁਤ ਕੀਤਾ ਔਰ ਆਪਣਾ ਨੁਕਸਾਨ ਵੀ ਬਹੁਤ ਕੀਤਾ ਨਹੀਂ ਹੈ। ਤੁਸੀਂ ਇਹ ਦੱਸਣ ਲੱਗੇ ਸੀ ਸਿਕੰਦਰ ਦੀ ਗੱਲ। ਅਲੈਗਜ਼ੈਂਡਰ ਦੀ ਗੱਲ ਦੱਸਣ ਲੱਗੇ ਸੀ ਜੀ। ਅਲੈਗਜ਼ੈਂਡਰ ਜਿਸ ਵੇਲੇ ਇੱਧਰੋਂ ਜਿੱਤਦਾ ਗ੍ਰੀਕ ਤੋਂ ਪਰਸ਼ੀਆ ਜਿੱਤ ਲਿਆ, ਪਰਸ਼ੀਆ ਜਿੱਤ ਕੋ ਗਾਹਾਂ ਆ ਕੇ ਹਿੰਦੁਸਤਾਨ ਵੱਲ ਨੂੰ ਆ ਰਿਹਾ, ਤਾਂ ਉਸ ਵੇਲੇ ਉਹ ਉਜ਼ਬੇਕਿਸਤਾਨ ਦੇ ਵਿੱਚ ਬੈਠੇ ਆ, ਗੱਲ ਕਰ ਰਹੇ ਆ ਜਿੱਥੇ ਮੈਂ ਗੱਲ ਦੱਸਦਾ। ਉੱਥੇ ਵੀ ਪਾਰਟੀ ਹੋ ਰਹੀ ਹੈ ਜੀ, ਤਾਂ ਉੱਥੇ ਅਲੈਗਜ਼ੈਂਡਰ ਦਾ ਇੱਕ ਬਹੁਤ ਜਿਹੜਾ ਟਰਸਟਡ ਫਰੈਂਡ ਸੀ ਨਾ ਜੀ, ਉਹ ਕਲੀਟਸ ਦੀ ਬਲੈਕ ਉਹਨੂੰ ਕਹਿੰਦੇ ਆ, ਕਲੀਟਸ ਉਹਦਾ ਨਾਂ ਸੀਗਾ ਜੀ। ਕਲੀਟਸ ਉਹ ਬੰਦਾ ਆ ਥਿੰਦ ਸਾਹਿਬ, ਜਿਸ ਵੇਲੇ ਇੱਕ ਲੜਾਈ ਹੋ ਰਹੀ ਸੀ ਤੁਰਕੀ ਦੇ ਵਿੱਚ, ਗ੍ਰੇਨੇਸ਼ੀਅਸ ਦੀ ਲੜਾਈ ਸੀ, ਉਹਦੇ ਵਿੱਚ ਕੋਈ ਇੱਕ ਬੰਦੇ ਨੇ ਖੁਆੜਾ ਚੱਕ ਕੇ ਸਿਕੰਦਰ ਦੇ ਸਿਰ 'ਚ ਮਾਰਨ ਲੱਗਾ ਸੀ, ਤਾਂ ਕਲੀਟਸ ਨੇ ਉਹਦੀ ਬਾਂਹ ਵੱਢ ਦਿੱਤੀ ਨਾਲੇ ਉਸ ਵੇਲੇ, ਤਾਂ ਸਿਕੰਦਰ ਬਚ ਗਿਆ ਸੀ, ਨਹੀਂ ਸਿਕੰਦਰ ਨੇ ਉੱਥੇ ਮਰ ਜਾਣਾ ਸੀ। ਮਤਲਬ ਸਿਕੰਦਰ ਨੂੰ ਬਚਾਉਣ ਵਾਲਾ ਜਿਹੜਾ ਸੀ ਉਹ ਕਲੀਟਸ ਸੀਗਾ, ਇਹਦਾ ਜਰਨੈਲ ਵੀ ਸੀਗਾ, ਇਹਦਾ ਬਹੁਤ ਨੇੜੇ ਦਾ ਫਰੈਂਡ ਵੀ ਸੀਗਾ। ਪਰ ਉਹ ਜਿਹੜਾ ਸਹੀ ਮਾਇਨਿਆਂ ਦੇ ਵਿੱਚ ਉਹ ਅਲੈਗਜ਼ੈਂਡਰ ਦੇ ਡੈਡੀ ਪ੍ਰਿੰਸ ਫਿਲਿਪਸ ਦਾ ਜ਼ਿਆਦਾ ਬੰਦਾ ਸੀਗਾ। ਪ੍ਰਿੰਸ ਫਿਲਿਪਸ ਨੇ ਉਹਦੀ ਹੈਲਪ ਬੜੀ ਕੀਤੀ ਹੋ ਸੀਗੀ, ਤਾਂ ਉਹ ਪ੍ਰਿੰਸ ਫਿਲਿਪਸ ਦਾ ਖਾਸ ਸੀ, ਹਾਂ ਅਹਿਸਾਨਮੰਦ ਸੀ। ਅਤੇ ਨਾਲੇ ਉਹ ਇਹ ਜਿਸ ਵੇਲੇ ਆ ਗਿਆ ਜੀ, ਤਾਂ ਉੱਥੇ ਪਾਰਟੀ ਚੱਲਦੀ ਆ। ਉਸ ਪਾਰਟੀ ਚੱਲਦੀ ਦੇ ਵਿੱਚ ਕਲੀਟਸ ਨੇ ਇਹ ਗੱਲ ਕਹਿ ਦਿੱਤੀ ਅਲੈਗਜ਼ੈਂਡਰ ਨੂੰ ਜਾ ਕੇ ਵੀ ਤੂੰ ਬਰੇਵ ਤਾਂ ਹੈਗਾ ਆ, ਪਰ ਤੂੰ ਪ੍ਰਿੰਸ ਫਿਲਿਪਸ ਜਿੰਨਾ ਬਰੇਵ ਨਹੀਂ, ਆਪਦੇ ਬਾਪ ਜਿੰਨਾ ਬਰੇਵ ਨਹੀਂ ਹੈ। ਥਿੰਦ ਸਾਹਿਬ ਉਹਦੀ ਈਗੋ ਜਿਹੜੀ ਹੈ, ਉਹਦਾ ਹਉਮੈ ਜਾਗਿਆ, ਜਾ ਕੇ ਉਹਨੂੰ ਜੈਵਲਿਨ ਪਈ ਸੀ, ਜੈਵਲਿਨ ਛੱਡ ਕੇ ਉਹਦੇ ਮਾਰੀ, ਉਹਨੂੰ ਕਤਲ ਕਰਤਾ ਉੱਥੇ, ਉਹਨੂੰ ਕਤਲ ਕਰਤਾ ਇਹ ਕਹਿਣ ਦੇ ਵੀ ਤੈਨੂੰ ਜਿਹੜਾ ਹੈਗਾ ਆਪਣੇ ਬਾਪ ਦੇ ਬਰਾਬਰ ਦਾ ਨਹੀਂ ਹੈ। ਈਗੋ ਦੇਖੋ, ਈਗੋ ਕਿੰਨਾ ਹਉਮੈ ਉਸ ਬੰਦੇ ਦੇ ਅੰਦਰ ਸੀਗਾ ਜਾ ਕੇ ਵੀ ਤੂੰ ਮੇਰਾ ਮੁਕਾਬਲਾ ਕਿਸੇ ਨਾਲ ਕਰ ਸਕਦਾ, ਮੇਰਾ ਤਾਂ ਕੋਈ ਮੁਕਾਬਲਾ ਹੈ ਨਹੀਂ, ਮੇਰਾ ਤਾਂ ਕੋਈ ਮੁਕਾਬਲਾ ਨਹੀਂ, ਮੈਂ ਤਾਂ ਆਜ਼ਮ ਹਾਂ, ਮੈਂ ਤਾਂ ਸਿਕੰਦਰ ਆਜ਼ਮ ਹੈ, ਸਿਕੰਦਰ ਦੀ ਗ੍ਰੇਟ ਹੈ। ਅੱਛਾ ਤੁਸੀਂ ਦੇਖੋ ਈਗੋ ਦਾ ਜਿਹੜਾ ਹੈਗਾ ਕੋਈ ਅੰਤ ਨਹੀਂ ਹੈ ਇਹਦਾ, ਜੇ ਕਹਿੰਦੇ ਕਿੰਨੀ ਹੋ ਸਕਦਾ, ਕੋਈ ਦੇਰ ਇਜ਼ ਨੋ ਐਂਡ ਟੂ ਇਟ। ਦੂਜੇ ਪਾਸੇ ਮੈਂ ਇੱਕ ਤੁਹਾਨੂੰ ਹੋਰ ਦੱਸਦਾ, ਜੇ ਈਗੋ ਦਾ ਅੰਤ ਨਹੀਂ ਹੈ ਤਾਂ ਨਿਮਰਤਾ ਵੀ ਬੰਦਿਆਂ ਦੇ ਵਿੱਚ ਜਿਸ ਵੇਲੇ ਆਉਂਦੀ ਹੈ ਤਾਂ ਉਹਦਾ ਅੰਤ ਨਹੀਂ ਹੈ। ਇੱਕ ਮੈਂ ਤੁਹਾਨੂੰ ਦੱਸਦਾ ਮਿਸਾਲ, ਮੈਂ ਹਿਸਟਰੀ ਪੜ੍ਹਾਉਂਦਾ ਰਿਹਾ ਜਾ ਕੇ, ਹਿਸਟਰੀ ਦੇ ਵਿੱਚ ਇੱਕ ਆਪਣੇ ਇੱਦਾਂ ਹੁੰਦਾ, ਆਮ ਸੁਣਨ ਵਾਲਿਆਂ ਸਾਡਿਆਂ ਨੂੰ ਪਤਾ ਵੀ ਗੁਰੂ ਨਾਨਕ ਦੇਵ ਜੀ ਦੇ ਦੋ ਬੇਟੇ ਸੀ, ਇੱਕ ਦਾ ਨਾਂ ਸ੍ਰੀ ਚੰਦ ਸੀ। ਸ੍ਰੀ ਚੰਦ ਜਿਹੜੇ ਸੀਗੇ ਉਹ ਉਦਾਸੀ ਸੈਕਟ ਉਹਨੇ ਸ਼ੁਰੂ ਕੀਤੀ ਸੀਗੀ ਜਾ ਕੇ, ਔਰ ਉਹ ਚੱਲਦੀ ਰਹੀ ਕਾਫੀ ਦੇਰ ਤੱਕ, ਹੁਣ ਵੀ ਮੇਰਾ ਖਿਆਲ ਚੱਲਦੀ ਹੋਣੀ। ਬਾਬਾ ਸ੍ਰੀ ਚੰਦ ਉਹਨੂੰ ਕਹਿੰਦੇ ਆ। ਬਾਬਾ ਸ੍ਰੀ ਚੰਦ ਦੀ ਉਮਰ ਬਹੁਤ ਹੋਈ ਆ, 120-30 ਸਾਲ ਤੱਕ ਕਹਿੰਦੇ ਉਮਰ ਬਹੁਤ ਹੋਈ। ਇੱਕ ਵਾਰ ਦੀ ਗੱਲ ਇਹ ਹੈ ਜੀ ਵੀ ਜਿਸ ਵੇਲੇ ਆਪਣੇ ਚੌਥੇ ਗੁਰੂ ਰਾਮਦਾਸ ਜੀ ਉਹਨਾਂ ਨੂੰ ਮਿਲਣ ਆਏ, ਅੱਛਾ, ਬਾਬਾ ਸ੍ਰੀ ਚੰਦ ਨੂੰ ਜੀ। ਬਾਬਾ ਸ੍ਰੀ ਚੰਦ ਜਿਹੜੇ ਸੀਗੇ, ਬਾਬਾ ਸ੍ਰੀ ਚੰਦ ਜਿਹੜੇ ਹੈਗਾ, ਇਹ ਤਾਂ ਕੁਛ ਕਹਿ ਲਓ ਕੋਈ ਪਾਬੰਦੀ 'ਚ ਨਹੀਂ ਹੈ, ਐਕਸਕਿਊਜ਼ ਮੀ। ਬਾਬਾ ਸ੍ਰੀ ਚੰਦ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਐਡੀ ਲੰਮੀ ਦਾੜੀ ਕਾਹਦੇ ਲਈ ਰੱਖੀ ਹੋਈ ਹੈ, ਉਹਨੂੰ ਸਵਾਲ ਕਰਦੇ ਆ। ਅੱਛਾ, ਹਾਂ, ਉਹ ਬੋਲੋਂ ਕਹਿੰਦੇ ਆ, ਇਹ ਕਹਿੰਦੇ ਤੁਹਾਡੇ ਵਰਗੇ ਮਹਾਨ ਪੁਰਸ਼ਾਂ ਦੇ ਚਰਨ ਸਾਫ਼ ਕਰਨ ਲਈ ਮੈਂ ਰੱਖੀ ਹੋਈ ਆ। ਔਰ ਉਹ ਕਹਿੰਦੇ ਨੀਵੇਂ ਹੋ ਕੇ ਉਹਨਾਂ ਦੇ ਚਰਨਾਂ ਵੱਲ ਨੂੰ ਸਾਫ਼ ਕਰਨ ਲੱਗੇ ਆਪਣੀ ਦਾੜੀ ਦੇ ਨਾਲ ਜੀ। ਉਹਨੇ ਪੈਰ ਪਿੱਛੇ ਹਟਾ ਲਿਆ ਜੀ, ਫਿਰ ਜਾ ਕੇ ਫਿਰ ਨਹੀਂ ਕਰ, ਤੁਹਾਡੇ ਵਰਗੇ ਮਹਾਨ ਪੁਰਸ਼ਾਂ ਦੇ ਚਰਨ ਸਾਫ਼ ਕਰਨ ਲਈ ਮੈਂ ਰੱਖੀ ਹੋਈ ਆ। ਔਰ ਉਹ ਪਿੱਛੇ ਹਟ ਗਿਆ ਜਾ ਕੇ, ਤਾਂ ਉੱਥੋਂ ਫਿਰ ਬਾਬਾ ਸ੍ਰੀ ਚੰਦ ਨੇ ਕਿਹਾ ਵੀ ਸਿੱਖੀਜ਼ਮ ਦੇ ਨਾਲ ਇਹ ਹੁਣ ਬੰਦੇ ਸਭ ਤੋਂ ਬਹੁਤ ਉੱਪਰ ਚਲੇ ਗਏ ਆ। ਅੱਛਾ, ਉਹਨੇ ਕਿਹਾ ਵੀ ਨਹੀਂ ਹੁਣ ਇਹ ਸਭ ਤੋਂ ਬਹੁਤ ਉੱਪਰ ਚਲੇ ਗਏ ਆ। ਉਹ ਥੋੜ੍ਹਾ ਵਿਰੋਧਤਾ ਰਹਿੰਦੀ ਸੀ ਸਿੱਖੀਜ਼ਮ ਦੀ ਤਾਂ ਦਾਸੀਆਂ ਦੀ, ਪਰ ਉਹ ਕਹਿੰਦੇ ਅੱਜ ਤੋਂ ਖਤਮ ਹੈ ਜੀ, ਇਹ ਖਤਮ, ਇਹ ਬਹੁਤ ਉੱਪਰ ਚਲੇ। ਹੁਣ ਦੇਖੋ ਕਿੱਥੇ ਅਲੈਗਜ਼ੈਂਡਰ ਵੱਲ ਦੇਖੋ, ਕਿੱਥੇ ਉਹਨਾਂ ਬੰਦਿਆਂ ਵੱਲ ਦੇਖੋ ਜਾ ਕੇ ਵੀ ਇਹ ਮੇਰੇ ਜਿਹੜੇ ਗੁਰੂ ਆ ਉਹਨਾਂ ਦੇ ਫਰਜ਼ੰਦੇ ਆ, ਉਹਨਾਂ ਦੇ ਬੇਟੇ ਆ, ਇਸ ਕਰਕੇ ਮੇਰਾ ਇਹ ਫਰਜ਼ ਬਣਦਾ ਜਾ ਕੇ।
ਸੋ ਇਹ ਜਿਹੜਾ ਹੈਗਾ ਜਾ ਕੇ ਜੀ ਇਨਸਾਨ ਦਾ ਪਤਾ ਨਹੀਂ ਥਿੰਨ ਸਾਹਿਬ ਲੱਗਦਾ ਹੈਗਾ। ਪਰ ਇੱਕ ਸਨ ਮੈਂ ਇਹ ਹੈਗੀ ਆ, ਜਦੋਂ ਤੁਸੀਂ ਕਿਸੇ ਕੋਲ ਬੈਠੇ ਆ ਨਾ ਜੀ, ਜੇ ਉਸ ਬੰਦੇ ਕੋਲ ਬੈਠੇ ਕੋ ਤੁਹਾਨੂੰ ਇਹ ਫੀਲਿੰਗ ਆਉਣ ਲੱਗ ਪਏ ਜਾ ਕੇ ਵੀ ਮੈਂ ਤਾਂ ਕੁਛ ਨਹੀਂ ਹੈ, ਮੈਂ ਤਾਂ ਇਵੇਂ ਆ, ਉਸ ਵੇਲੇ ਇਹ ਸਮਝ ਲੈਣਾ ਚਾਹੀਦਾ ਵੀ ਦੂਜਾ ਬੰਦਾ ਜਿਹੜਾ ਹੈਗਾ ਇਹ ਹਉਮੈ ਦਾ ਸ਼ਿਕਾਰ ਆ। ਉਹ ਤੁਹਾਨੂੰ ਫੀਲਿੰਗ ਦਵਾ ਰਿਹਾ ਇੱਦਾਂ ਦੀ ਜਾ ਕੇ ਵੀ ਤੂੰ ਬਿਲਿਟਲ ਕਰ ਰਿਹਾ, ਤੂੰ ਬਿਲਿਟਲ ਕਰ ਲਿਆ ਤੁਹਾਨੂੰ। ਉਹ ਬੰਦੇ ਵਿੱਚ ਹਉਮੈ ਆ, ਉਸ ਬੰਦੇ ਵਿੱਚ ਸੈਲਫ ਰਿਸਪੈਕਟ ਨਹੀਂ ਹੈ। ਸੈਲਫ ਰਿਸਪੈਕਟਿੰਗ ਬੰਦਾ ਜਿਹੜਾ ਤੁਹਾਨੂੰ ਜਿਹੜਾ ਹੈਗਾ ਆ ਉਹ ਬਿਲਿਟਲ ਨਹੀਂ ਕਰੂਗਾ। ਮੈਂ ਤੁਹਾਨੂੰ ਇਹਦੀ ਹੋਰ ਇੱਕ ਮਿਸਾਲ ਦਿੰਦਾ ਜੀ। ਇੰਗਲੈਂਡ ਦਾ ਇੱਕ MP ਹੋਏ ਆ ਜੀ, ਉਹ ਮੇਰਾ ਖਿਆਲ ਕਾਫੀ 1920-25 ਇੱਥੇ ਦੀ ਗੱਲ ਆ, ਵਿਲੀਅਮ ਗਲੈਸ਼ਰ, ਕਮਿਊਨਿਸਟ ਸੇ। ਮੇਰਾ ਖਿਆਲ ਹੈ ਜੇ ਮੈਂ ਗਲਤ ਨਹੀਂ ਹੋ ਸਕਦਾ ਵੀ ਹੀ ਇਜ਼ ਦੀ ਓਨਲੀ ਕਮਿਊਨਿਸਟ ਹੈ ਜਿਹੜਾ ਉੱਥੇ ਦਾ MP ਬਣਿਆ ਜਿਹੜਾ ਵੋਟਾਂ ਜਿੱਤ ਕੇ। ਉਹ ਵਿਲੀਅਮ ਗਲੈਸ਼ਰ ਜਿਸ ਵੇਲੇ ਰਸ਼ੀਆ ਦੇ ਵਿੱਚ ਰੈਵੋਲੂਸ਼ਨ ਆ ਗਿਆ ਤਾਂ ਉੱਥੇ ਆਏ। ਉੱਥੇ ਆ ਕੇ ਉਹ ਲਿਖਦੇ ਆ, ਉਹ ਕਹਿੰਦੇ ਉੱਥੇ ਆ ਕੇ ਮੈਂ ਗੋਰਕੀ ਨੂੰ ਮਿਲਿਆ ਜੀ, ਸੌਰੀ ਟ੍ਰੋਟਸਕੀ ਨੂੰ। ਹਾਂ, ਟ੍ਰੋਟਸਕੀ ਜਿਹੜੇ ਸੀ, ਟ੍ਰੋਟਸਕੀ ਉਸ ਵੇਲੇ ਮੇਰਾ ਖਿਆਲ ਫੋਰਨ ਮਿਨਿਸਟਰ ਸੀ। ਟ੍ਰੋਟਸਕੀ ਨੂੰ ਕਹਿੰਦੇ ਮਿਲ ਕੇ ਜਿਸ ਵੇਲੇ ਮੈਂ ਬਾਹਰ ਨਿਕਲਿਆ ਤਾਂ ਮੈਨੂੰ ਕਹਿੰਦੇ ਇੰਨਾ ਇੱਦਾਂ ਲੱਗਾ ਜਾ ਕੇ ਵੀ ਇੱਦਾਂ ਦਾ ਬੰਦਾ, ਇੰਨਾ ਬੰਦਾ ਮਹਾਂ, ਇੰਨੀ ਇਹਨੂੰ ਅਕਲ, ਬਾਕੀ ਇਹ ਤਾਂ ਬੰਦਾ ਐਡਾ ਬਰੇਵ ਬੰਦਾ ਫਰਨਾ। ਮੈਨੂੰ ਕਹਿੰਦੇ ਇੱਦਾਂ ਲੱਗਣ ਲੱਗ ਪਿਆ ਜਾ ਕੇ ਵੀ ਤੂੰ ਤਾਂ ਕੁਛ ਵੀ ਨਹੀਂ, ਐਵੇਂ MP ਬਣੀ ਫਿਰਦਾ ਜਾ ਕੇ। ਆਇਆ ਬੰਦੇ ਜਾ ਕੇ ਕਹਿੰਦਾ ਵੀ ਇਹ ਹੋ ਗਿਆ। ਅੱਛਾ, ਉਹ ਜਿਸ ਵੇਲੇ ਉਹ ਤੋਂ ਬਾਅਦ ਜੀ ਕਹਿੰਦਾ ਫਿਰ ਮੈਂ ਲੈਨਨ ਨੂੰ ਮਿਲਿਆ ਜੀ। ਜਿਸ ਵੇਲੇ ਕਹਿੰਦਾ ਮੈਂ ਲੈਨਨ ਨੂੰ ਮਿਲਿਆ ਤਾਂ ਲੈਨਨ ਨਾਲ ਗੱਲਾਂ ਕਰਨ ਤੋਂ ਬਾਅਦ ਜਿਸ ਵੇਲੇ ਮੈਂ ਨਿਕਲਿਆ ਜੀ ਤਾਂ ਮੇਰੇ ਦਿਮਾਗ ਦੇ ਵਿੱਚ ਹੋਰ ਕੁਛ ਨਾ ਸੀ, ਘੁੰਮ ਰਹੀ ਸੀ ਪਿਆ ਮਜ਼ਦੂਰਾਂ ਦੀ ਸਮੱਸਿਆ ਆ, ਤੈਂ ਆਹ ਕੰਮ ਕਰਨਾ, ਤੈਂ ਉਹ ਕਰਨਾ। ਮੈਨੂੰ ਕਹਿੰਦੇ ਪਤਾ ਹੀ ਨਹੀਂ ਲੱਗਾ ਵੀ ਮੈਂ ਕਿਸੇ ਬੜੇ ਬੰਦੇ ਨੂੰ ਮਿਲ ਕੇ ਵੀ ਆਇਆ ਜਾ ਕੇ। ਉਹਨੇ ਮੇਰੇ ਤੇ ਅਹਿਸਾਸ ਹੀ ਨਹੀਂ ਹੋਣ ਦਿੱਤਾ ਪਏ ਜਾ ਕੇ ਵੀ ਮੈਂ ਇਸ ਵੇਲੇ ਹੈਡ ਹੈ ਜੀ। ਅਸਲ ਦੇ ਵਿੱਚ ਉਹ ਬੰਦਾ ਸੀਗਾ ਜਿਹਦੇ ਵਿੱਚ ਈਗੋ ਨਹੀਂ ਸੀ, ਉਹਦੇ ਵਿੱਚ ਟ੍ਰੋਟਸਕੀ ਦਾ ਰਿਐਕਸ਼ਨ ਸੀ, ਉਹਦੇ ਵਿੱਚ ਈਗੋ ਜਿਹੜੀ ਸੀਗੀ ਜਾ ਕੇ ਜੀ। ਅੱਛਾ, ਹੋਰ ਨਾ ਤੁਹਾਨੂੰ ਇੱਕ ਹੋਰ ਦੱਸਦੇ, ਥੋੜ੍ਹੀ ਜਿਹੀ ਫਨੀ ਗੱਲ ਵੀ ਹੈਗੀ ਆ। ਇੱਕ ਵਾਰ ਕਹਿੰਦੇ ਵੀ ਇਹਨਾਂ ਦੇ ਵਿੱਚ ਹੋ ਸਕਦਾ ਮੈਂ ਗਲਤ ਹੋ ਜਾਵਾਂ, ਜੋਸ਼ ਮਲੀਆਬਾਦੀ ਸੀਗੇ ਜਾਂ ਫਰਾਗ ਗੋਰਖਪੁਰੀ ਸੀ, ਨਹੀਂ ਮੈਂ ਜੋਸ਼ ਮਲੀਆਬਾਦੀ ਤੇ ਜਿਗਰ ਮੁਰਾਦਾਬਾਦੀ ਦੋ ਸ਼ਾਇਰ ਹੋਏ ਆ, ਬਹੁਤ ਬੜੇ ਹੋਏ। ਉਹ ਆਪਸ ਵਿੱਚ ਬੈਠੇ ਆ ਜੀ ਤਾਂ ਗੱਲਾਂ ਕਰਦੇ ਆ, ਤਾਂ ਉਹ ਜਿਗਰ ਮੁਰਾਦਾਬਾਦੀ ਕਹਿੰਦੇ ਇਹ ਸਮਝੋ, ਹੋ ਸਕਦਾ ਮੇਰਾ ਸ਼ਾਇਰ ਦਾ ਨਾਂ ਗਲਤ ਹੋਵੇ ਮੇਰਾ, ਤੇ ਉਹ ਜਿਗਰ ਮੁਰਾਦਾਬਾਦੀ ਕਹਿੰਦੇ ਆ, ਉਹ ਕਹਿੰਦੇ ਜੋਸ਼ मलियाबादी ਨੂੰ ਕਹਿੰਦੇ आज कल उर्दू किसको आता है, ये शायर वैसे लिखना शुरू कर देते हैं, पता किसी को कुछ है नहीं, तो मुझे आता है। सही मैंने में वो जिगर मुरादाबादी कहते सही मैंने में दुनिया में और हिंदुस्तान में उर्दू के दो ही शायर हैं, कहते या आप हैं जब हम हैं, कहते और कोई शायर ही नहीं है। वो जोश मलियाबादी सुन के कहते अगर फिर बात को पूरा ध्यान से किया जाए तो आप भी क्या हैं। ਨਹੀਂ ਰਹਿ ਗਿਆ। ਉਹ ਉਹਨਾਂ ਤੋਂ ਵੀ ਬੜੇ ਈਗੋਇਸਟ ਸੀ, ਉਹ ਕਹਿੰਦੇ ਤੂੰ ਵੀ ਕੀ ਆ ਜਾ ਕੇ, ਸ਼ਾਇਰ ਤਾਂ ਮੈਂ ਹੀ ਆ ਜਾ ਕੇ। ਸੋ ਇਹ ਜਿਹੜੇ ਹੈਗੇ ਬੰਦੇ ਇੱਦਾਂ ਥਿੰਨ ਸਾਹਿਬ ਔਰ ਰਿਐਕਟ ਇੱਦਾਂ ਕਰਦੇ ਆ ਕਈ ਬੰਦੇ, ਮੈਂ ਤੁਹਾਨੂੰ ਦੱਸਦੇ ਆ, ਜਿਹੜੀ ਆਪਾਂ ਦੇਖਦੇ ਆ ਉਹ ਜਿਸ ਵੇਲੇ ਉਹਨਾਂ ਦੀ ਈਗੋ ਹਿੱਟ ਹੁੰਦੀ ਹੈ ਨਾ ਜੀ, ਕਈ ਬੰਦਿਆਂ ਦੇ ਵਿੱਚ ਈਗੋ ਇੰਨੀ ਜ਼ਿਆਦਾ ਹੁੰਦੀ, ਜਦੋਂ ਹਿੱਟ ਹੁੰਦੀ ਉਹ ਫਿਰ ਕੁਛ ਵੀ ਕਰਨ ਨੂੰ ਤਿਆਰ ਹੋ ਜਾਂਦੇ ਵੀ ਚਾਹੇ ਮਰ ਜਾਈਏ, ਚਾਹੇ ਕੋਈ ਹੁਣ ਕਰਨਾ ਨਾ। ਪਰ ਸਮ ਜਿਹੜੇ ਬੰਦੇ ਈਗੋਟੈਸਟੀਕਲ ਨੇ, ਜਿਹੜੇ ਬੰਦੇ ਆ ਦੀਰਘ ਰੋਗ ਵਾਲੇ ਆ, ਇਹ ਤਾਂ ਜੇ ਕੋਈ ਉਹਨਾਂ ਨੂੰ ਲੱਗਦਾ ਕਿ ਮੇਰੇ ਤੋਂ ਉੱਪਰ ਆ, ਮੈਂ ਉਹ ਸਥਾਨ ਨਹੀਂ ਪਾ ਸਕਿਆ, ਮੈਂ ਉਸ ਪੋਜੀਸ਼ਨ 'ਤੇ ਕਦੇ ਨਹੀਂ ਪਹੁੰਚ ਸਕਣਾ, ਉਹਨੂੰ ਥੱਲੇ ਸੁੱਟਣ ਲਈ ਉਹ ਕਿਸੇ ਵੀ ਲੋਐਸਟ ਪੁਆਇੰਟ 'ਤੇ ਵੀ ਜਾ ਸਕਦਾ। ਬਿਲਕੁਲ ਤੁਹਾਡੀ ਗੱਲ ਠੀਕ ਹੈ ਥਿੰਨ ਸਾਹਿਬ। ਇੱਥੇ ਫਰਕ ਹੈ ਜਾ ਕੇ ਸੈਲਫ ਰਿਸਪੈਕਟਿੰਗ ਤਾਂ ਈਗੋ ਦਾ ਜੀ। ਜਿਹੜਾ ਸੈਲਫ ਰਿਸਪੈਕਟਿੰਗ ਬੰਦਾ ਉਹ ਆਪਣੇ ਆਪ ਨੂੰ ਬੈਟਰ ਕਰਨ ਦੀ ਕੋਸ਼ਿਸ਼ ਕਰਦਾ, ਜਿਹੜਾ ਈਗੋਇਸਟ ਹੈ ਉਹ ਦੂਜੇ ਨੂੰ ਹਾਰਮ ਕਰਨ ਦੀ ਕੋਸ਼ਿਸ਼ ਕਰਦਾ ਵੀ ਮੈਂ ਬੈਟਰ ਹੋਵਾਂ, ਚਾਹੇ ਇਹਨੂੰ ਸਿੱਟੋ। ਅੱਛਾ, ਹੁਣ ਤੁਸੀਂ ਦੇਖੋ ਹਿਸਟਰੀ ਵਿੱਚ ਆਪਾਂ ਅੱਗੇ ਵੀ ਇੱਕ ਵਾਰ ਗੱਲ ਕੀਤੀ ਆ, ਇਹ ਤੋਂ ਬਾਅਦ ਜਿਸ ਵੇਲੇ ਚਾਣਕਿਆ ਆਇਆ ਨਾ ਜੀ, ਚਾਣਕਿਆ ਦਾ ਮਗਧ ਦਾ ਰਾਜਾ ਉਸ ਵੇਲੇ ਸੀਗਾ ਨੰਦ। ਚਾਣਕਿਆ ਸੀ ਪੰਡਤ ਜੀ, ਚਾਣਕਿਆ ਪੰਡਤ ਸੀਗਾ, ਵਿਦਵਾਨ ਬੜਾ ਬੰਦਾ ਸੀਗਾ ਜੀ। ਉਹ ਚਾਣਕਿਆ ਇਹਨਾਂ ਦੇ ਦਰਬਾਰ ਵਿੱਚ ਇੱਕ ਵਾਰ ਨੌਕਰੀ ਲੈਣ ਚਲੇ ਗਏ ਜੀ, ਤੇ ਚਾਣਕਿਆ ਨੂੰ ਉਹ ਨਗਦ ਨੇ ਕਿਹਾ ਵੀ ਆਹ ਮੋਟਾ ਜਿਹਾ ਬਾਹਮਣ ਕੌਣ ਆਇਆ, ਇਹਨੂੰ ਕੱਢੋ ਬਾਹਰ ਜਾ ਕੇ। ਅੱਛਾ, ਉਹਨੂੰ ਕਿਹਾ ਜੀ। ਉਹ ਜਿਸ ਵੇਲੇ ਹੋਇਆ ਜੀ, ਚਾਣਕਿਆ ਨੂੰ ਗੱਲ ਇਹੋ ਲੱਗੀ ਵੀ ਕਹਿ ਕੀ ਦਿੱਤਾ ਜੀ, ਉਹ ਕਹਿੰਦਾ ਇਹਨੂੰ ਡਿਸਟਰੋਏ ਕਰਨਾ ਜੀ। ਹੁਣ
ਚਾਣਕੀ ਚਾਣਕੇ ਨੇ ਕਿਹਾ ਵੀ ਉਹ ਮਨ 'ਚ ਬਣਾ ਲਿਆ ਵੀ ਜਦ ਤੱਕ ਇਹਨੂੰ ਡਿਸਟਰੋਏ ਨਹੀਂ ਮੈਂ ਕਰ ਲੈਂਦਾ ਮਗਰ ਨੂੰ ਉਦ ਤੱਕ ਆਰਾਮ ਨਾਲ ਨਹੀਂ ਬੈਠਣਾ। ਚਾਣਕੇ ਆਇਆ ਜੀ, ਚਾਣਕਿਆ ਨੇ ਹੌਲੀ ਹੌਲੀ ਚੰਦਰਗੁਪਤ ਮੌਰੀਆ ਨੂੰ ਟ੍ਰੇਨ ਕੀਤਾ ਜੀ, ਉਹਦੀਆਂ ਫੌਜਾਂ ਬਣਾਈਆਂ, ਇੱਧਰ ਆਏ ਉਹ ਕਿਉਂਕਿ ਚਾਣਕਿਆ ਜਾ ਟੈਕਸਾਸ ਯੂਨੀਵਰਸਿਟੀ 'ਚ ਪੜ੍ਹੇ ਵੀ ਆ, ਪੜ੍ਹਾਏ ਵੀ ਆ ਉਹਨੇ ਜਾ ਕੇ। ਉਹ ਕਰਕੇ ਥਿੰਦ ਸਾਹਿਬ ਹੌਲੀ 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 ਚਾਣਕਿਆ ਚੰਦਰਗੁਪਤ ਮੌਰੀਆ ਨੇ ਮਗਧ ਦਾ ਰਾਜ ਤਬਾਹ ਕੀਤਾ ਫਿਰ ਜਾ ਕੇ, ਸਿਰਫ ਇੱਕ ਗੱਲ ਦੇ ਉੱਤੇ, ਕਿਉਂਕਿ ਉਹਦੀ ਈਗੋ ਹਿੱਟ ਹੋ ਗਈ ਸੀ ਜਾ ਕੇ। ਇੱਦਾਂ ਹੈ ਕਈ ਬੰਦੇ ਜਿਹੜੇ ਇੱਥੇ ਤੱਕ ਉੱਦਾਂ ਥਿੰਦ ਸਾਹਿਬ ਮੈਂ ਤੁਸੀਂ ਦੇਖੋ ਆਦਮੀ ਪਤਾ ਨਹੀਂ ਜਿਹੜਾ ਉਹ ਸਮਝਦਾ ਜਿਹੜਾ ਉਹਦੇ ਵਿੱਚ ਹੁੰਦਾ ਨਾ ਜੀ, ਜਿਹਨੂੰ ਆਪਾਂ ਉਹ ਕਹਿੰਦਾ ਵੀ ਮੇਰੇ ਵਿੱਚ ਤਾਂ ਸੈਲਫ ਰਿਸਪੈਕਟ ਆ, ਇਹ ਦੂਜੇ ਦੀ ਈਗੋ ਆ। ਇਹ ਮੈਂ ਅਕਸਰ ਸੁਣਦਾ, ਅਕਸਰ ਮੈਂ ਮੇਰੇ ਨਾਲ ਹੋਈ ਜੀ, ਮੇਰੇ ਆਪਣੇ ਇੱਕ ਮੇਰਾ ਦੋਸਤ ਉਹਦੀ ਹੋਰ ਨਾ ਵਿਗੜ ਗਈ। ਰੀਅਲ ਟੈਸਟ ਕੀ ਹੈ? ਮੈਂ ਤਾਂ ਦੱਸਦਾ ਜੀ ਰੀਅਲ ਟੈਸਟ, ਚਲੋ ਪਹਿਲਾਂ ਮੈਨੂੰ ਆਹ ਗੱਲ ਦੱਸ ਲੈਂਦੇ। ਉਹ ਆਪਸ ਵਿੱਚ ਦੋ ਬੋਲਚਾਲ ਬੰਦ ਹੋ ਗਈ ਉਹਨਾਂ ਦੀ, ਮੇਰੇ ਦੋਸਤ ਸੇ ਜਦੋਂ ਬੋਲਚਾਲ ਬੰਦ ਹੋਈ, ਮੈਂ ਚਾਹੁੰਦਾ ਸੀ ਵੀ ਇਹ ਦੋਸਤ ਹੋ ਜਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਜਾ ਕੇ ਉਹਨੂੰ ਬੁਲਾ ਲਾ, ਜਿਹੜੀ ਐਡੀ ਗੱਲ ਹੈ ਤੂੰ ਕਹਦੇ ਵੀ ਚੱਲ ਛੱਡ ਪਰੇ ਵੀ ਜੇ ਹੋ ਗਈ। ਕਹਿੰਦਾ ਮੇਰੀ ਸੈਲਫ ਰਿਸਪੈਕਟ ਮੈਨੂੰ ਇਜਾਜ਼ਤ ਨਹੀਂ ਦਿੰਦੀ, ਮੇਰੀ ਸੈਲਫ ਰਿਸਪੈਕਟ ਮੈਨੂੰ ਇਜਾਜ਼ਤ ਨਹੀਂ ਦਿੰਦੀ, ਮੈਂ ਇੱਦਾਂ ਕਰ ਨਹੀਂ ਸਕਦਾ। ਕਹਿੰਦਾ ਮੈਂ ਕਿਹਾ ਅੱਛਾ, ਮੈਂ ਕਿਹਾ ਚਲੋ ਕੋਈ ਨਹੀਂ, ਮੈਂ ਕਿਹਾ ਫਿਰ ਮੈਂ ਉਹਨੂੰ ਕਹਿ ਦਿੰਦਾ ਵੀ ਉਹ ਤੈਨੂੰ ਬੁਲਾ ਲਵੇ। ਕਹਿੰਦਾ ਨਹੀਂ ਉਹਨੇ ਮੈਨੂੰ ਬੁਲਾਉਣਾ, ਉਹ ਬੜਾ ਈਗੋਇਸਟ ਹੈ। ਮਤਲਬ ਉਹਨੇ ਮੈਨੂੰ ਬੁਲਾਉਣਾ ਕਹਿੰਦਾ ਕਿਉਂਕਿ ਉਹ ਬੜਾ ਈਗੋਇਸਟ ਹੈ। ਜਾਣੀ ਉਹਦਾ ਜਿਹੜਾ ਸੀ ਉਹਨੂੰ ਈਗੋ ਲੱਗਦੀ ਸੀ, ਆਪਣੀ ਉਹਨੂੰ ਲੱਗਦੀ ਸੀ ਮੇਰੀ ਸੈਲਫ ਰਿਸਪੈਕਟ ਹੈ, ਮੇਰੀ ਸੈਲਫ ਰਿਸਪੈਕਟ ਮੈਨੂੰ ਇਜਾਜ਼ਤ ਨਹੀਂ ਦਿੰਦੀ, ਉਹਦੀ ਈਗੋ ਨਹੀਂ ਉਹਨੂੰ ਇਜਾਜ਼ਤ ਦਿੰਦੀ ਜਾ ਕੇ। ਸੋ ਉਹਦੇ ਵਿੱਚ ਤੁਸੀਂ ਦੱਸਣ ਲੱਗੇ ਵੀ ਰੀਅਲ ਟੈਸਟ ਕੀ ਹੈ ਕਿ ਇਹ ਕਿਹੜਾ ਈਗੋਇਸਟਿਕ ਵਾਲਾ, ਕਿਹੜਾ ਬੰਦਾ ਸੈਲਫ ਰਿਸਪੈਕਟ ਵਾਲਾ? ਤਿੰਨ ਸਾਲ ਪਹਿਲਾਂ ਤਾਂ ਉਹਦਾ ਮੇਰਾ ਖਿਆਲ ਰੀਅਲ ਟੈਸਟ ਤਾਂ ਕੱਢਣਾ ਬਹੁਤ ਹੀ ਔਖਾ ਹੀ ਆ, ਪਰ ਮੈਨੂੰ ਇੱਦਾਂ ਲੱਗਦਾ ਵੀ ਜਿਹੜਾ ਸੈਲਫ ਰਿਸਪੈਕਟਿੰਗ ਬੰਦਾ ਹੈਗਾ ਜੀ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਉਹ ਬਲਿਟਲ ਨਹੀਂ ਕਰਦਾ ਦੂਜੇ ਨੂੰ, ਛੋਟਾ ਨਹੀਂ ਦਿਖਾਉਂਦਾ। ਹਾਂ, ਆਪਣਾ ਤਾਂ ਆਪਣੇ ਨੂੰ ਸਕਦਾ ਮੈਨੂੰ ਵੀ ਨਾ ਕੋਈ ਕਰੇ, ਆਪਣੇ ਆਪ ਨੂੰ ਵੀ ਨਹੀਂ ਉਹ ਚਾਹੁੰਦਾ ਵੀ ਮੈਨੂੰ ਕੋਈ ਬਲਿਟਲ ਕਰੇ ਉੱਤੇ ਹੈ, ਪਰ ਉਹ ਦੂਜੇ ਨੂੰ ਬਲਿਟਲ ਨਹੀਂ ਕਰਦਾ ਹੈ ਜਾ ਕੇ। ਇੱਕ ਉਹ ਜਿਹੜਾ ਸੈਲਫ ਰਿਸਪੈਕਟ ਬੰਦਾ ਹੈ ਜੀ, ਉਹ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦਾ, ਦੂਜਾ ਕਹਿੰਦਾ ਦੂਆ ਉੱਪਰ। ਮੈਂ ਕਹਾਂ ਵੀ ਮਿਸਟਰ ਥਿੰਦ ਆਪਣੇ ਆਪ ਨੂੰ ਠੀਕ ਕਰੇ ਜਾ ਕੇ, ਹੀ ਇਜ਼ ਨਾਟ, ਮੈਂ ਤਾਂ ਇਸ ਤਰ੍ਹਾਂ ਹੀ ਰਹਿਣਾ, ਮੈਂ ਤਾਂ ਠੀਕ ਹੈ, ਮੈਂ ਤਾਂ ਆਪਣੇ ਆਪ ਦੇ ਵਿੱਚ ਠੀਕ ਹੈ, ਪਰ ਮਿਸਟਰ ਥਿੰਦ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਠੀਕ ਕਰੇ ਜਾ ਕੇ। ਥਿੰਦ ਸਾਹਿਬ ਜਿਹੜੀ ਈਗੋ ਆ, ਈਗੋ ਦਾ ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ, ਇਹ ਤਾਂ ਛੋਟੀਆਂ ਗੱਲਾਂ ਦੇ ਉੱਤੇ ਈਗੋ ਕਰੀ ਜਾਂਦੇ ਆ। ਮੈਂ ਦੇਖਿਆ ਬੜਾ ਸਾਰਾ ਘਰ ਬਣਾ ਕੇ ਉਹਦੀ ਈਗੋ ਬਣਾ ਲੈਂਦੇ ਜੀ, ਉਹ ਘਰ ਦੱਸਣ ਲੱਗ ਪਊਗੇ ਜੀ ਆ ਕੇ, ਮੇਰਾ ਜਿਹੜਾ ਘਰ ਹੈਗਾ ਇੰਨੇ ਸਕੁਅਰ ਫੁੱਟ ਆ ਜਾ ਕੇ ਜੀ, ਮੇਰਾ ਘਰ ਫਲਾਣੇ ਏਰੀਏ ਦੇ ਵਿੱਚ ਆ ਜਾ ਕੇ ਜੀ। ਉਹ ਜਾ ਕੇ ਦੂਜਾ ਚਾਹੇ ਸੁਣਨਾ ਚਾਹੇ ਨਾ ਸੁਣੇ, ਤੁਸੀਂ ਉਹਨੂੰ ਸੁਣਾਈ ਜਾਣਾ ਜਾ, ਇਹ ਈਗੋ ਦੀ ਨਿਸ਼ਾਨੀ ਹੈ, ਇਹ ਸੈਲਫ ਰਿਸਪੈਕਟ ਨਹੀਂ। ਮੇਰਾ ਉਹ ਜੈਸੇ ਐਸੇ ਏਰੀਏ 'ਚੋਂ ਦੂਏ ਏਰੀਏ ਚੱਲ ਜਾਓ, ਜਿਹੜੇ ਕੁਛ ਏਰੀਏ ਚੰਗੇ ਸਮਝ ਉਹ ਉਹਦੇ ਵਿੱਚ ਕਰੀ। ਥਿੰਦ ਸਾਹਿਬ ਇਨਫੈਕਟ ਜਿਹੜੀ ਸੈਲਫ ਪ੍ਰੇਜ਼ ਦੀ ਵੀ ਮਾਂ ਆ, ਉਹ ਈਗੋ ਹੀ ਆ। ਜਦੋਂ ਤੁਸੀਂ ਆਪਣੀ ਸਿਫਤ ਆਪ ਕਰਨ ਲੱਗ ਪੈਂਦੇ ਆ ਨਾ, ਨਾਰਸਿਸਿਜ਼ਮ ਜਿਹੜਾ, ਹਾਂ, ਆਪਣੀ ਸਿਫਤ ਆਪ ਕਰੀ ਜਾਣੀ ਜੀ। ਜਦ ਇਹ ਆ ਵੀ ਜੇ ਕੋਈ ਦੂਜਾ ਸਿਫਤ ਨਹੀਂ ਕਰਦਾ ਤਾਂ ਫਿਰ ਆਪ ਕਰੀ ਜਾਓ ਜਾ ਕੇ, ਠੀਕ ਹੈ ਨਾ। ਤਾਂ ਉਹਦਾ ਮੈਂ ਹੁਣ ਇਹ ਗੱਲ ਤਾਂ ਸੀ, ਇੱਕ ਦਿਨ ਮੈਨੂੰ ਘਰ 'ਚ ਇੱਦਾਂ ਬੈਠੇ ਨੂੰ ਲੱਗੇ, ਘਰ 'ਚ ਮੇਰੀ ਫੋਟੋ ਲੱਗੀ ਹੋਈ, ਮੈਂ ਕਿਹਾ ਇਹ ਵੀ ਉਹੀ ਗੱਲ ਆ ਵੀ ਜਦ ਹੋਰ ਕੋਈ ਤੁਹਾਡੀ ਫੋਟੋ ਨਹੀਂ ਲਾਉਂਦਾ ਤਾਂ ਆਪ ਹੀ ਲਾ ਲਓ, ਠੀਕ ਹੈ। ਜਿਹੜੇ ਗੁਮਾਸ਼ ਤੇ ਕਈ ਲੋਕਾਂ ਨੇ ਰੱਖੇ ਹੁੰਦੇ ਸੀ, ਹਾਂ ਉਹ ਵੀ ਗੱਲ ਤੁਹਾਡੀ ਗੱਲ ਠੀਕ ਆ। ਇਹ ਤਾਂ ਥਿੰਦ ਸਾਹਿਬ ਇਹ ਪਿੱਛੇ ਮੈਂ ਤਾਂ ਹੁਣ ਹਿਸਟਰੀ 'ਚ ਰਿਹਾ ਨਾ, ਕਿ ਤੁਹਾਨੂੰ ਵੀ ਪਤਾ ਸੀ ਇਹ ਜਿਹੜੇ ਬੜੇ ਬੰਦੇ ਹੋਏ, ਖਾਸ ਜਿਹਨਾਂ ਨੂੰ ਸੋ ਕਾਲਡ ਬੜੇ ਕਹੂਗਾ, ਮੈਂ ਤਾਂ ਬੜੇ ਨਹੀਂ ਕਹਿੰਦਾ, ਬਾਦਸ਼ਾਹ ਹੋਏ ਆ ਜਾਂ ਕੁਛ ਬੰਦੇ ਹੋਏ ਆ, ਉਹਦੀ ਪਰਮਾਨੈਂਟਲੀ ਰੱਖੇ ਹੁੰਦੇ ਆ, ਬੰਦੇ ਰੱਖੇ ਜਿਹੜੀ ਹਰ ਵੇਲੇ ਤੁਹਾਡੀ ਸਿਫਤੇ ਕਰੀ ਜਾਣੀ, ਉਹਦੀ ਸਿਫਤ ਤੁਹਾਡੀ ਤਾਂ ਜੀ ਕੋਈ ਜੋੜ ਹੀ ਹੈ ਨਹੀਂ ਜੀ, ਤੁਹਾਡਾ ਕੋਈ ਮੁਕਾਬਲਾ ਆ ਜਾਂ ਇਹ ਤਾਂ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਉਹਦੀ ਫਿਰ ਉਹਨੂੰ ਪੈਸੇ ਦੇਣੇ, ਉਹਨੇ ਪੈਸੇ ਦੇਣੇ ਜਾ ਕੇ, ਉਹਨੇ ਹੋਰ ਤਾਰੀਫਾਂ ਕਰੀ ਜਾਣੀਆਂ, ਹੋਰ ਤਾਰੀਫਾਂ ਕਰੀ ਜਾਣੀਆਂ। ਰੀਅਲ ਵਰਲਡ ਦੇ ਵਿੱਚ ਕਦੇ ਨਹੀਂ ਆਉਣ ਦੇਣਾ, ਨਹੀਂ ਉਹ ਨਹੀਂ। ਇਹ ਥਿੰਦ ਸਾਹਿਬ ਤੁਸੀਂ ਦੇਖੋ, ਇਹ ਈਵਨ ਜਿਹੜਾ ਅੱਜ ਦਾ ਇੰਟੈਲੀਜੈਂਟ ਪੋਲੀਟੀਸ਼ੀਅਨ ਹੈ, ਉਹ ਵੀ ਇਹਦੇ ਤੋਂ ਸਫਰ ਕਰ ਰਿਹਾ। ਅੱਜ ਦਾ ਇੰਟੈਲੀਜੈਂਟ ਪੋਲੀਟੀਸ਼ੀਅਨ ਜਿਹੜਾ, ਉਹ ਵੀ ਜਿਹੜੇ ਉਹਦੇ ਆਲੇ ਦੁਆਲੇ ਜਿੱਦਾਂ ਦੀਆਂ ਗੱਲਾਂ ਉਹ ਸੁਣਨੀਆਂ ਚਾਹੁੰਦਾ, ਉਹਨੂੰ ਉੱਦਾਂ ਦੀਆਂ ਹੀ ਸੁਣਾਉਂਦੇ ਆ, ਦੂਜੀਆਂ ਉਹਨੂੰ ਦੱਸਦੇ ਨਹੀਂ ਹੈ। ਤਾਂ ਅੱਗੇ ਜਾ ਕੇ ਜੋ ਉਹ ਫਿਰ ਕਈ ਵਾਰ ਪੈਂਦਾ ਵੀ ਹੈ ਜਾ ਕੇ ਵੀ ਜੇ ਤੁਸੀਂ ਹੁਣ ਦੱਸੋ ਵੀ ਲੋਕ ਤੇਰੇ ਖਿਲਾਫ ਵੀ ਹੋਏ ਆ, ਉਹਨੂੰ ਨਫ਼ਰਤ ਕਰਨ ਲੱਗ, ਉਹ ਨਫ਼ਰਤ ਕਰ, ਉਹਨੂੰ ਕੱਢ ਦਿੰਦਾ ਜਾ ਕੇ। ਅੱਛਾ, ਉਹ ਜਿਹੜੀ ਹੈ ਜੀ, ਇੱਕ ਵਾਰ ਮੈਂ ਸਮਝਦਾ ਜਾ ਕੇ ਜੀ, ਇਹ ਜਿਹੜੀ ਪਾਵਰ ਹੈ ਨਾ ਜੀ, ਇੱਕ ਵਾਰ ਇਹ ਸ਼ਾਇਦ ਡਾਕਟਰ ਮਨਮੋਹਨ ਸਿੰਘ ਨੇ ਕਹੀ ਸੀ ਗੱਲ, ਮੇਰਾ ਖਿਆਲ ਉਹਨੇ ਕਹੀ ਸੀ, ਉਹ ਕਹਿੰਦੇ ਜੇ ਕਿਸੇ ਬੰਦੇ ਦਾ ਰੀਅਲ ਸੈਲਫ ਦੇਖਣਾ ਹੋਵੇ ਤਾਂ ਗਿਵ ਹਿਮ ਪਾਵਰ, ਉਹਨੂੰ ਪਾਵਰ ਦਿਓ, ਫੇਰ ਪਤਾ ਲੱਗਦਾ ਵੀ ਉਹ ਬੰਦਾ ਕਿੱਦਾਂ ਦਾ ਆ ਜੀ। ਹੁਣ ਤੁਸੀਂ ਕਸ਼ਮੀਰਾ ਸੂ ਦਾ ਭਲਾ ਮਾਨਸ ਹੀ ਹੈ ਜੀ,
ਕਿਉਂਕਿ ਜਿਆਦਾ ਇਹਦੇ ਕੋਲ ਪਾਵਰ ਹੀ ਹੈ ਨਹੀਂ ਕੁਛ ਜਾ ਕੇ ਇਹ ਕੀ ਕਿਸੇ ਦਾ ਕੀ ਨੁਕਸਾਨ ਕਰ ਦੂਗਾ ਇਹ ਤਾਂ ਬੜਾ ਭਲਾ ਮਾਨਸ ਹੈ ਸਭ ਕੁਝ ਠੀਕ ਹੈ ਜਾ ਕੇ ਜਦ ਪਾਵਰ ਕੋਲ ਆਉਂਦੀ ਆ ਫੇਰ ਤੁਸੀਂ ਕਿੱਦਾਂ ਬਿਹੇਵ ਕਰਦੇ ਆ ਜਾ ਕੇ ਇਹ ਟੈਸਟ ਆ ਉਹ ਟੈਸਟ ਆ ਅੱਛਾ ਹੁਣ ਪਾਵਰ ਵੀ ਥਿੰਨ ਸਾਹਿਬ ਜਿਹੜੀ ਹੈਗੀ ਆ ਉਹ ਪਾਵਰ ਕੱਲੀ ਸਟੇਟ ਪਾਵਰ ਹੀ ਨਹੀਂ ਹੈ ਜਾਂ ਮਿਲਟਰੀ ਪਾਵਰ ਹੀ ਨਹੀਂ ਹੈ ਇਹ ਘਰ ਦੇ ਵਿੱਚ ਪਾਵਰ ਹੈ ਜਾ ਕੇ ਨਿੱਕੀ ਨਿੱਕੀ ਪਾਵਰਸ ਬੜੀਆਂ ਜਿਹਦੇ ਛੋਟੀ ਛੋਟੀ ਘਰ ਦੇ ਵਿੱਚ ਉਹ ਘਰ ਦੇ ਵਿੱਚ ਪਾਵਰ ਚਲਾਈ ਜਾਂਦਾ ਹੈ ਆਪਣੀ ਉਹ ਘਰ ਦੇ ਵਿੱਚ ਈਗੋ ਹੁੰਦੀ ਹੈ ਜਾ ਕੇ ਉਹ ਕਈ ਵਾਰ ਇਹ ਨਿਆਣਾ ਮੋਹਰੇ ਬੋਲ ਪੈਂਦਾ ਉੱਥੇ ਉਹਦੀ ਈਗੋ ਹੁੰਦੀ ਆ ਵੀ ਇਹ ਤੂੰ ਮੇਰੇ ਮੋਹਰੇ ਬੋਲਦਾ ਜਾ ਕੇ ਉਹ ਭੜਕਾ ਦੇਗਾ ਉਹਨੂੰ ਉਹ ਦੂਏ ਕਰ ਦਿੰਦੇ ਅੱਛਾ ਥਿੰਨ ਸਾਹਿਬ ਕਈ ਵਾਰ ਮੈਨੂੰ ਲੱਗਦਾ ਈਗੋ ਲੈਣ ਵਾਲੇ ਵੀ ਕਾਸਟ ਦੇ ਈਗੋ ਕਰੀ ਜਾਂਦੇ ਆ ਜੀ ਕਾਸਟ ਦੇ ਈਗੋ ਕਰੀ ਜਾਂਦੇ ਜੀ ਅਸੀਂ ਜੱਟ ਹੁੰਦੇ ਆ ਜੀ ਅਸੀਂ ਸਵਰਨ ਜਾਤੀ ਜਿਉਂ ਅਸੀਂ ਸਵਰਨ ਜਾਤੀ ਦੇ ਬੰਦੇ ਆ ਅਸੀਂ ਦੂਏ ਹੁੰਦੇ ਉਹਦੇ ਤੇ ਈਗੋ ਆਈ ਜਾਂਦੀ ਆ ਉਹਦੇ ਰਿਲੀਜਨ ਤੇ ਈਗੋ ਕਰੀ ਜਾਂਦੇ ਜੀ ਕੰਟਰੀ ਤੇ ਕਰੀ ਜਾਂਦੇ ਮੈਂ ਇੱਕ ਮੈਂ ਚਿਰ ਹੋਇਆ ਛੋਟੇ ਛੋਟੇ ਹੁੰਦੇ ਇੱਕ ਫਿਲਮ ਦੇਖੀ ਸੀ ਉਹ 'ਚ ਇੱਕ ਗਾਣਾ ਹੁੰਦਾ ਸੀ हम उस देश के वासी हैं जिस देश में गंगा बहती है ਹਾਂਜੀ ਹੁਣ ਵੀ ਹੈਗਾ ਮੁਕੇਸ਼ ਦਾ ਉਹਦੇ ਤੇ ਈਗੋ ਆਈ ਜਾਂਦੀ ਹੈ ਜਾ ਕੇ ਵੀ ਇੱਥੇ ਗੰਗਾ ਬਹਿਤੀ ਹੈ ਹੁਣ ਕਈ ਵਾਰ ਲੱਗਦਾ ਬੰਦੇ ਦੇ ਦਿਮਾਗ ਨੂੰ ਵੀ ਇਹ ਕੀ ਕਰਦੇ ਆ ਬੰਦੇ ਜਾ ਕੇ ਜਿਹੜੇ ਦੇਖੋ ਹੁਣ ਜਿਹੜੀਆਂ ਨੇੜੇ ਤੇੜੇ ਨਾ ਈਗੋ ਦੇ ਗੱਲਾਂ ਜਿਵੇਂ ਬੀਇੰਗ ਪ੍ਰਾਊਡ ਫਖਰ ਹੋਣਾ ਕਿਸੇ ਗੱਲ ਦੇ ਉੱਤੇ ਦੇਖੋ ਹੈਵਿੰਗ ਸੈਲਫ ਐਸਟੀਮ ਜਾਂ ਜਿਹੜੀ ਸੈਲਫ ਰਿਸਪੈਕਟ ਰੱਖਣੀ ਹੁਣ ਦੇਖੋ ਇਹਦੇ ਆਲੇ ਦੁਆਲੇ ਕਿੰਨੀਆਂ ਚੀਜ਼ਾਂ ਔਰ ਜਿਹਦੇ ਬਹੁਤ ਨੇੜੇ ਆ ਈਗੋ ਦੇ ਇਹ ਜਿਹੜਾ ਪਤਾ ਲਾਉਣਾ ਕਿ ਦੇਖੋ ਜੇ ਕੋਈ ਬੰਦਾ ਆਪਣੇ ਬੱਚੇ ਦੇ ਉੱਤੇ ਫਖਰ ਮਹਿਸੂਸ ਕਰਦਾ ਮੈਨੂੰ ਨਹੀਂ ਲੱਗਦਾ ਕਿ ਉਹਦੇ 'ਚ ਕੋਈ ਬਹੁਤੀ ਮਾੜੀ ਗੱਲ ਆ ਹਾਂ ਉਹ ਇਸ ਤਰ੍ਹਾਂ ਅੰਨੇ ਦੀ ਵਾਹ ਨਲਾਇਕ ਨੂੰ ਨਾ ਕਹੀ ਜਾਵੇ ਕਿ ਇਹ ਤਾਂ ਜੀ ਬਹੁਤ ਵਧੀਆ ਪਰ ਜੇ ਐਕਸਕਿਊਜ਼ ਮਾਈ ਇੰਟਰਪਸ਼ਨ ਜੀ ਪ੍ਰਾਊਡ ਹੋਣਾ ਕਿਸੇ ਤੇ ਫਖਰ ਮਹਿਸੂਸ ਤੇ ਤੁਸੀਂ ਫਖਰ ਮਹਿਸੂਸ ਕਰ ਲਾ ਯੂ ਹੈਵ ਅ ਰਾਈਟ ਪਰ ਉਹ ਬੱਚਾ ਜਿਹੜਾ ਦੀਆਂ ਪ੍ਰਾਪਤੀਆਂ ਤੁਸੀਂ ਲੋਕਾਂ ਦੇ ਮੜਨੀਆਂ ਜਾ ਕੇ ਫਿਰ ਦੱਸਣੇ ਵੀ ਮੇਰਾ ਬੱਚਾ ਐਂ ਕਰਦਾ ਮੇਰਾ ਬੱਚਾ ਉਹ ਕਰਦਾ ਮੇਰੇ ਬੱਚੇ ਨੇ ਆਹ ਕਰ ਲਿਆ ਉਹ ਤਾਂ ਯੂਨੀਵਰਸਿਟੀ ਟੌਪ ਕਰ ਗਿਆ ਉਹ ਈਗੋ ਆ ਉੱਦਾਂ ਤੁਸੀਂ ਯੂ ਫੀਲ ਗੁੱਡ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਆ ਵੀ ਤੁਹਾਡੇ ਬੱਚੇ ਨਾਲ ਕੀਤਾ ਪਰ ਜਦ ਤੁਸੀਂ ਆਪਣੀ ਉਹ ਖੁਸ਼ੀ ਉਹਨਾਂ ਬੰਦਿਆਂ 'ਤੇ ਠੋਸਦੇ ਆ ਜਿਹੜੀ ਉਹ ਸੁਣਨੀ ਨਹੀਂ ਚਾਹੁੰਦੇ ਹੈ ਜਾ ਕੇ ਤਾਂ ਫਿਰ ਉਹਨੂੰ ਮੈਂ ਸੈਲਫ ਰਿਸਪੈਕਟ ਨਹੀਂ ਕਹੂੰਗਾ ਜਾ ਕੇ ਜੀ ਫਿਰ ਉਹਨੂੰ ਇਹ ਆ ਵੀ ਤੁਸੀਂ ਆਪਣੀ ਈਗੋ ਦੀ ਸੈਟੀਸਫਾਈ ਕਰਦੇ ਹੁਣ ਦੇਖੋ ਕਿੱਥੇ ਲਾਈਨ ਡਰਾ ਕਰੋਗੇ ਤੁਸੀਂ ਘਰ ਦੀ ਮੈਂ ਘਰ ਦੀ ਵੀ ਗੱਲ ਸੁਣ ਲਓ ਜੇ ਤੁਸੀਂ ਇੱਕ ਘਰ ਬਣਾਉਂਦੇ ਆ ਉਸ ਘਰ ਬੜੇ ਘਰ ਵਿੱਚ ਰਹਿ ਕੇ ਤੁਹਾਨੂੰ ਖੁਸ਼ੀ ਮਿਲਦੀ ਆ ਯੂ ਹੈਵ ਅ ਰਾਈਟ ਠੀਕ ਹੈ ਖੁਸ਼ੀ ਸਾਂਝੀ ਨਾ ਕਰੇ ਕਿਸੇ ਨਾਲ ਖੁਸ਼ੀ ਜਿਹੜੀ ਹੈਗੀ ਆ ਖੁਸ਼ੀ ਸਾਂਝੀ ਕਰਨੀ ਕੋਈ ਗੁਨਾਹ ਨਹੀਂ ਖੁਸ਼ੀ ਸਾਂਝੀ ਕਰਨੀ ਗੁਨਾਹ ਉਦੋਂ ਬਣਦੀ ਆ ਜਿਸ ਵੇਲੇ ਤੁਸੀਂ ਬੰਦਾ ਉਹ ਤਾਂ ਚਾਹੁੰਦਾ ਨਹੀਂ ਮੋਰਲਾ ਬੰਦਾ ਜਿਹੜਾ ਹੈਗਾ ਜੇ ਹੁਣ ਫਸ ਕਰੋ ਮੈਂ ਤੁਹਾਡੇ ਨਾਲ ਖੁਸ਼ੀ ਆ ਕੇ ਕਰ ਲੈਂਦਾ ਤਾਂ ਠੀਕ ਹੈ ਜੇ ਹੁਣ ਤੁਸੀਂ ਇਹ ਕਹੀ ਜਾਂਦੇ ਤੂੰ ਹੂੰ ਕਰੀ ਜਾਂਦੇ ਜਾ ਕੇ ਦੇਖੋ ਜੀ ਔਰ ਨਾਲ ਤੁਸੀਂ ਉਹਨੂੰ ਇਹ ਅਹਿਸਾਸ ਕਰਾਈ ਜਾਂਦੇ ਵੀ ਤੂੰ ਤਾਂ ਕੁਛ ਵੀ ਨਹੀਂ ਹੈ ਤੇਰੇ ਕੋਲ ਤਾਂ ਘਰ ਨਹੀਂ ਕਾਜਿਆ ਮੇਰਾ ਘਰ ਐਡਾ ਹੈ ਠੀਕ ਹੈ ਨਾ ਫਿਰ ਉਹ ਜਿਹੜੀ ਈਗੋ ਬਣ ਜਾਂਦੀ ਹੈ ਹੁਣ ਜਿਸ ਵੇਲੇ ਜੇ ਤੁਸੀਂ ਆਪਣੇ ਖੁਸ਼ ਰਹਿੰਦੇ ਤੁਸੀਂ ਇੱਕ ਚੰਗੀ ਕਾਰ ਖਰੀਦਦੇ ਆ ਕਾਰ ਖਰੀਦ ਕੇ ਇਸ ਕਰਕੇ ਨਹੀਂ ਖਰੀਦਦੇ ਵੀ ਮੈਂ ਫਿਰ ਲੋਕਾਂ ਨੂੰ ਦਿਖਾਣਾ ਇਸ ਕਰਕੇ ਜਦ ਤੁਸੀਂ ਡਰਾਈਵ ਕਰਦੇ ਆ ਯੂ ਫੀਲ ਗੁੱਡ ਯੂ ਹੈਵ ਅ ਰਾਈਟ ਠੀਕ ਹੈ ਨਾ ਤੁਹਾਡੇ ਕੋਲ ਹੈ ਤੁਸੀਂ ਆਪਣੇ ਪੈਸੇ ਖਰੀਦੋ ਕਾਰ ਜਾ ਕੇ ਪਰ ਹੁਣ ਕਾਰ ਖਰੀਦ ਕੇ ਗੇੜੇ ਦੂਜਿਆਂ ਕੋਲ ਦੇਈ ਜਾਣੇ ਜਿਨ੍ਹਾਂ ਦੇ ਕੋਲ ਮਾੜੀਆਂ ਕਾਰਾਂ ਜਾ ਕੇ ਠੀਕ ਹੈ ਨਾ ਉਹ ਫਿਰ ਈਗੋ ਆ ਜਾਂਦੀ ਹੈ ਜਾ ਕੇ ਉੱਦਾਂ ਤੁਹਾਨੂੰ ਆਪਣੇ ਚੀਜ਼ ਨੂੰ ਇੰਜੋਏ ਕਰਨ ਦਾ ਫੁੱਲ ਰਾਈਟ ਹੈ ਯੂ ਹੈਵ ਫੁੱਲ ਰਾਈਟ ਬਟ ਯੂ ਹੈਵ ਨੋ ਰਾਈਟ ਟੂ ਬਿਲਿਟਲ ਅਦਰਸ ਔਨ ਦੀ ਬੇਸਿਸ ਆਫ ਵਾਟ ਯੂ ਹੈਵ ਪਰ ਤੁਸੀਂ ਯਕੀਨ ਕਰਨਾ ਕਈ ਜਿਹੜੇ ਹੈਵ ਨੋਟਸ ਵਾਲੇ ਲੋਕ ਨੇ ਉਹ ਕਹਿੰਦੇ ਵੀ ਸਾਡੀ ਜਿਹੜੀ ਸਟਿਮੂਲੇਸ਼ਨ ਸੀ ਸਾਨੂੰ ਪ੍ਰਭਾਵਿਤ ਕੀਤਾ ਅਸੀਂ ਜਿੱਥੇ ਹੁਣ ਪਹੁੰਚੇ ਹਾਂ ਉਸ ਗੱਲ ਨੇ ਕੀਤਾ ਜਦੋਂ ਉਹ ਆਪਣੀ ਕਾਰ ਦਿਖਾਉਂਦਾ ਹੁੰਦਾ ਸੀ ਤਾਂ ਮੈਂ ਸੋਚਦਾ ਹੁੰਦਾ ਸੀ ਯਾਰ ਮੈਂ ਵੀ ਕਦੇ ਕਾਰ ਲੈਣੀ ਫਿਰ ਮੈਂ ਸਖਤ ਮਿਹਨਤ ਕੀਤੀ ਸਗੋਂ ਉਸ ਨੇ ਮੈਨੂੰ ਮੋਟੀਵੇਟ ਕੀਤਾ ਦੇਖੋ ਇਹ ਉਹਦਾ ਪੁਆਇੰਟ ਹੈ ਇਹ ਉਹ ਈਗੋਇਸਟ ਦਾ ਨਹੀਂ ਹੈ ਵੀ ਜੇ ਤੂੰ ਵੀ ਕਰ ਬਈ ਤੂੰ ਇੱਦਾਂ ਕਰਕੇ ਲੋਕ ਉਹ ਉਹਨੂੰ ਮੋਟੀਵੇਟ ਕਰਨ ਲਈ ਨਹੀਂ ਕਰ ਰਿਹਾ ਉਹ ਤਾਂ ਉਹਨੂੰ ਬਿਲਿਟਲ ਕਰਨ ਲਈ ਕਰ ਰਿਹਾ ਜਾ ਕੇ ਉਹਦੀ ਮੋਟੀਵੇਸ਼ਨ ਹੋ ਗਈ ਉਹਦੀ ਸੈਪਰੇਟ ਕਿਉਂਕਿ ਸਨ ਸਾਹਿਬ ਜਿਹੜਾ ਈਗੋਇਸਟ ਬੰਦਾ ਆ ਉਹ ਦੂਜੇ ਦੀ ਸਿਫਤ ਤਾਂ ਸੁਣ ਹੀ ਨਹੀਂ ਸਕਦਾ ਉਹ ਦੂਜੇ ਦੀ ਸਿਫਤ ਨਹੀਂ ਸੁਣ ਸਕਦਾ ਕਦੇ ਵੀ ਜੇ ਕਰੂੰਗੇ ਤਾਂ ਉਹ ਫੀਲ ਬਹੁਤ ਬੈਡ ਫੀਲ ਕਰੂਗਾ ਉਹਦੇ ਸਗੋਂ ਖਿਲਾਫ ਹੋ ਜਾਊਗਾ ਇੱਕ ਗੱਲ ਦੇ ਨਾਲ ਜਾ ਕੇ ਤੂੰ ਦੇਖੋ ਥਿਨ ਸਾਹਿਬ ਇੱਕ ਜਿਹੜੀ ਹੈਗੀ ਆ ਜਿੱਦਾਂ ਆਪਾਂ ਪਹਿਲਾਂ ਸ਼ੁਰੂ ਵਿੱਚ ਇਹ ਕਿਹਾ ਸੀ ਵੀ ਬਹੁਤ ਥਿਨ ਜਿਹੀ ਲਾਈਨ ਹੈ ਡਿਵਾਈਡ ਕਰਦੀ ਹੈ ਹੁਣ ਕਈ ਵਾਰ ਕਈਆਂ ਸ਼ਾਇਦ ਜਿੱਦਾਂ ਹੁਣ डॉक्टर इकबाल ने ये लिखा जी कि पे खुद ही को कर बुलंद इतना कि हर तकदीर से पहले खुदा खुद बंदे से पूछे बता तेरी रज़ा क्या है वो इत्थे ਉਹਦਾ ਮਤਲਬ ਜਿਹੜਾ ਹੈਗਾ ਖੁਦ ਹੀ ਤੋਂ ਮਤਲਬ ਈਗੋ ਨਹੀਂ ਹੈ ਇੱਥੇ ਉਹਦਾ ਮਤਲਬ ਹੈ ਆਪਣੇ ਆਪ ਨੂੰ ਜੇ ਕੌਨਫੀਡੈਂਸ ਸੈਲਫ ਕੌਨਫੀਡੈਂਸ ਹੈ ਇੱਥੇ ਉਹਦਾ ਮਤਲਬ ਸੈਲਫ ਕੌਨਫੀਡੈਂਸ ਹੈ ਵੀ ਇਹਨੂੰ ਤੂੰ ਇੰਨਾ ਕਰ ਵੀ ਖੁਦਾ ਖੁਦ ਬੰਦੇ ਸੇ पूछे बता तेरी रज़ा क्या है ਇੱਕ ਉਹਦਾ ਹੋਰ ਹੁੰਦਾ ਸੀ ਮੇਰਾ ਹੈਗਾ तू शाही है परवाज़ है काम तेरा तेरे सामने आसमां और भी हैं ਠੀਕ ਹੈ ਨਾ ਉਸ ਵੇਲੇ ਉਹ ਬੰਦੇ ਨੂੰ ਸੈਲਫ ਕੌਨਫੀਡੈਂਸ ਦਿੰਦਾ ਉਹਦੇ ਵਿੱਚ ਉਹ ਈਗੋ ਨਹੀਂ ਭਰਦਾ ਉਹਦੇ ਵਿੱਚ ਜਾ ਕੇ ਚਾਹੇ ਫਸੇ ਹੋਇਆ ਦੋਏ ਗੱਲਾਂ ਜਿਹੜੀਆਂ ਆਪਣੀਆਂ ਕਹਿ ਸਕਦੇ ਹਾਂ
ਪਰ ਸਭ ਅਖੀਰ ਦੇ ਵਿੱਚ ਆਪਾਂ ਆਪਣੇ ਸੁਣਨ ਵਾਲਿਆਂ ਨੂੰ ਕੀ ਤਿੰਨ ਦੱਸ ਸਾਹਿਬ ਸਕਦੇ ਹਾਂ? ਅਖੀਰ ਦੇ ਵਿੱਚ ਤਾਂ ਫਿਰ ਮੈਂ ਇੱਕ ਗੱਲ ਇਹ ਵੀ ਕਹਿ ਜੀ ਵੀ ਘਰਾਂ ਦੇ ਵਿੱਚ ਜਿਹੜੇ ਕਲੇਸ਼ ਕਲੂਸ ਸਾਰੇ ਰਹਿੰਦੇ ਆ, ਇਹਦਾ ਸਭ ਤੋਂ ਬੜਾ ਕਾਰਨ ਹਉਮੈ ਆ, ਈਗੋ ਆ। ਸਾਰੇ ਘਰਾਂ ਦੇ ਵਿੱਚ ਕਲੇਸ਼, ਕਿਉਂਕਿ ਈਗੋ ਜਿਹੜਾ ਹੈਗਾ ਜੀ, ਈਗੋ ਨੇ ਤੁਹਾਨੂੰ ਐਂਗਰ ਨੂੰ ਜਨਮ ਦੇਣਾ ਜੀ, ਈਗੋ ਨੇ ਨਫ਼ਰਤ ਨੂੰ ਜਨਮ ਦੇਣਾ, ਨਫ਼ਰਤ ਨੇ ਈਗੋ ਨੂੰ ਐਂਗਰ ਨੂੰ ਜਨਮ ਦੇਣਾ, ਐਂਗਰ ਨੇ ਕਲੇਸ਼ ਪਾਉਣਾ ਘਰ ਦੇ ਵਿੱਚ। ਇਹ ਜਿਹੜਾ ਈਗੋ ਆ ਨਾ ਵੀ ਮੈਂ ਆ, ਮੇਰੀ ਚੱਲਦੀ ਹੈ, ਇਹ ਘਰਾਂ ਦੇ ਵਿੱਚ ਮੇਰੀ ਸਾਰਿਆਂ ਨੂੰ ਇਹ ਸਲਾਹ ਆ, ਥੋੜ੍ਹਾ ਜਿਹਾ ਈਗੋ ਨੂੰ ਆਪਣੀ ਨੂੰ ਘਟਾ ਕੇ ਨਾ ਜੀ, ਈਗੋ ਨੂੰ ਕੰਟਰੋਲ ਕਰ ਲਓ ਤਾਂ ਘਰਾਂ ਦੇ ਵਿੱਚ ਮੇਰੀ ਗਰੰਟੀ ਹੈ ਸਾਹਿਬ ਇਹ ਖਿਆਲ ਹੈ ਵੀ ਘਰਾਂ ਵਿੱਚ ਸੁੱਖ ਸ਼ਾਂਤੀ ਵੱਧ ਜਾਊਗੀ, ਘਰਾਂ 'ਚ ਸੁੱਖ ਸ਼ਾਂਤੀ ਬਣ ਜਾਓ ਜੇ ਹਉਮੈ ਨੂੰ ਥੋੜ੍ਹਾ ਜਿਹਾ ਕੰਟਰੋਲ ਕਰ ਲਿਆ ਜਾਵੇ ਜੀ। ਹਉਮੈ ਨੂੰ ਵੀ ਦੂਜੇ ਬੰਦੇ ਨੂੰ ਵੀ ਬਲਿਟਲ ਨਾ ਕੀਤਾ ਜਾਵੇ, ਜਾ ਕੇ ਆਪਣੇ ਆਪ ਨੂੰ ਠੀਕ ਰੱਖੋ। ਇਹ ਘਰਾਂ ਦੇ ਵਿੱਚ ਆ ਡੈਫੀਨੇਟਲੀ ਆ ਵੀ ਘਰਾਂ ਦਾ ਪੀਸ ਵਧੂਗਾ ਜਾ ਕੇ। ਔਰ ਜਿੱਦਾਂ ਆਪਣੇ ਉਹ ਹੈਪੀ ਹੋਮ ਜੋ ਇੱਕ ਵਾਰ ਮੈਨੂੰ ਪਤਾ ਇੱਕ ਵਾਰ ਬਰਨਾਰਡ ਸ਼ਾਹ ਨੇ ਕਿਹਾ, ਇਹ ਹੈਪੀ ਹੋਮ ਇਜ਼ ਐਨ ਅਰਲੀ ਹੈਵਨ, ਇਹ ਹੈਪੀ ਹੋਮ ਇਜ਼ ਐਨ ਅਰਲੀ ਹੈਵਨ। ਜੇ ਇੱਥੇ ਇਸ ਦੁਨੀਆ ਦੇ ਵਿੱਚ ਇਹ ਹੈਵਨ ਦੇ ਵਿੱਚ ਜਾਣਾ ਚਾਹੁੰਦੇ ਆ ਤਾਂ ਘਰ ਨੂੰ ਹੈਪੀ ਕਰ ਲਓ। ਹੈਪੀ ਇਹਦੇ ਤਾਂ ਹੋਣਾ ਜਿਸ ਵੇਲੇ ਆਪਣੀ ਈਗੋ ਘਟਣੀ ਹੈ, ਦੂਜੇ ਨੂੰ ਜਗ੍ਹਾ ਦੇਣੀ ਹੈ, ਦੂਜੇ ਨੂੰ ਬਲਿਟਲ ਨਹੀਂ ਕਰਨਾ ਹੈਗਾ। ਇਹ ਅੱਛਾ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਦੇ ਇੱਕ ਮਿੰਟ ਦੇ ਵਿੱਚ ਜੇ ਉਹੀ ਅਲੈਗਜ਼ੈਂਡਰ ਜਿਸ ਅਲੈਗਜ਼ੈਂਡਰ ਨੇ ਆ ਕੀਤਾ ਹੈ, ਉਸ ਅਲੈਗਜ਼ੈਂਡਰ ਦੀ ਜਿਸ ਵੇਲੇ ਮੌਤ ਹੋ ਗਈ ਬੈਬਲੋਨਾਂ ਦੇ ਵਿੱਚ ਆ ਕੇ, ਕੋਈ ਸਮਝੋ 4-5 ਸਾਲ ਬਾਅਦ ਦੀ ਗੱਲ ਇਹ ਜਾ ਕੇ, ਉਸ ਵੇਲੇ ਅਲੈਗਜ਼ੈਂਡਰ ਨੇ ਬਾਕੀ ਇੱਕ ਤਾਂ ਮੈਂ ਅੱਗੇ ਕਈ ਵਾਰ ਦੱਸਦਾ ਵੀ ਹਿਸਟਰੀ ਦਾ ਸੱਚ ਜਿਹੜਾ ਹੈਗਾ ਉਨਾ ਕੋਈ ਹੁੰਦਾ ਜਾ ਕੇ, ਪਰ ਫਿਰ ਵੀ ਜੋ ਦੰਦ ਕਥਾ ਆਉਂਦੀਆਂ ਗੱਲਾਂ ਉਹਨਾਂ ਦੇ ਵਿੱਚ ਅਲੈਗਜ਼ੈਂਡਰ ਨੇ ਸਾਹਿਬ ਫਿਰ ਇਹ ਕਿਹਾ ਵੀ ਜਿਹੜੀ ਮੇਰੀ ਕਬਰ ਹੋਊਗੀ ਨਾ ਉਹਦੇ ਉੱਤੇ 2 ਫੱਟੀਆਂ ਲਾਇਓ, 2 ਫੱਟੀਆਂ ਲਾਓ। ਇੱਕ ਤਾਂ ਇਹ ਲਾਇਓ ਮੈਂ ਤਾਂ ਉਰਦੂ 'ਚ ਪੜ੍ਹਿਆ, ਮੈਂ ਅਹਿਮ ਥਾ, ਅਹਿਮ ਖਾਸ ਨੂੰ ਕਹਿੰਦੇ ਆ, ਮੈਂ ਅਹਿਮ ਥਾ ਯਹੀ ਵਹਿਮ ਥਾ, ਕਿਆ ਬਾਤ, ਮੈਂ ਅਹਿਮ ਥਾ ਯਹੀ ਵਹਿਮ ਥਾ। ਦੂਜੀ ਫੱਟੀ ਇਹ ਲਾਇਓ ਜੀ, ਮੈਂ ਆਮ ਥਾ ਔਰ ਯਹੀ ਅੰਜਾਮ ਥਾ, ਮੈਂ ਆਮ ਥਾ ਔਰ ਯਹੀ, ਔਰ ਹਰ ਬੰਦੇ ਦਾ ਇਹੀ ਅੰਜਾਮ ਆ। ਇਸ ਕਰਕੇ ਇਹ ਸਮਝ ਲੈਣਾ ਚਾਹੀਦਾ ਜਾ ਕੇ ਵੀ ਮੇਰੇ ਕੋਲ ਚਾਹੇ ਪੈਸੇ ਜ਼ਿਆਦੇ ਆ, ਘਰ ਜ਼ਿਆਦੇ ਆ, ਉਹ ਮੈਨੂੰ ਲੋਕ ਜ਼ਿਆਦੇ ਜਾਣਦੇ, ਮੇਰੀ ਇੱਜ਼ਤ ਜ਼ਿਆਦੇ ਆ, ਫਲਾਣਾ, ਇਹ ਕੁਛ ਨਹੀਂ ਹੈ, ਅੰਜਾਮ ਉਹੀ ਹੈ, ਇਹ ਅੰਜਾਮ ਉਹੀ ਹੈ, ਇਹੀ ਅੰਜਾਮ ਹੈ। ਸੋ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਵੀ ਮੈਂ ਬਾਕੀਆਂ ਵਰਗਾ ਹੀ ਹਾਂ, ਮੈਂ ਬਾਕੀਆਂ ਵਰਗਾ ਹੀ ਹਾਂ। ਔਰ ਇਹ ਅੱਗੇ ਵੀ ਮੈਂ ਕਈ ਵਾਰ ਕੀਤਾ ਵੀ ਜੇ ਅਸੀਂ ਕਿਸੇ ਨੂੰ ਬਹੁਤ ਬੜਾ ਸਮਝਾਂਗੇ ਫਿਰ ਕਿਸੇ ਨੂੰ ਛੋਟਾ ਵੀ ਸਮਝਾਂਗੇ। ਇਹ ਜਿਹੜੇ ਬੜੇ ਬੁੜੇ ਕੁਛ ਨਹੀਂ ਹੈ, ਇਹ ਇੱਕੋ ਜਿਹੇ ਆ ਸਾਰੇ, ਇੰਸਟਿੰਕਟ ਸਾਰਿਆਂ ਵਿੱਚ ਇੱਕੋ ਜਿਹੀ ਹੈ, ਸਾਰੇ ਇੱਕੋ ਜਿਹੇ ਆ। ਇਸ ਕਰਕੇ ਆਪਣੇ ਆਪ ਨੂੰ ਜਿਹੜਾ ਹੈ ਇੱਦਾਂ ਨਾ ਕਦੇ ਵੀ ਸਮਝੋ ਜਾ ਕੇ, ਉਹ ਸੈਲਫ ਰਿਸਪੈਕਟ ਦੂਜੇ ਨੂੰ ਬਲਿਟਲ ਨਹੀਂ ਕਰਦੀ ਹੈ। ਮੈਂ ਅਹਿਮ ਥਾ ਯਹੀ ਵਹਿਮ ਯਹੀ ਵਹਿਮ ਥਾ, ਮੈਂ ਆਮ ਥਾ ਨਹੀਂ, ਹਾਂ ਯਹੀ ਅੰਜਾਮ ਥਾ, ਯਹੀ ਅੰਜਾਮ ਥਾ, ਮੈਂ ਆਮ ਥਾ ਯਹੀ ਅੰਜਾਮ ਥਾ। ਔਰ ਇਹ ਜਿਹੜਾ ਹੈਗਾ ਬੜੇ ਬੰਦਿਆਂ ਨੂੰ, ਅੱਛਾ ਇਹ ਤਾਂ ਹੋਇਆ ਜੀ ਕਿਉਂਕਿ ਅਲੈਗਜ਼ੈਂਡਰ ਦੀ ਅਰਲੀ ਟ੍ਰੇਨਿੰਗ ਅਰਿਸਟੋਟਲ ਨੇ ਕੀਤੀ ਹੋਈ ਸੀ, ਰਸਤੂ ਨੇ, ਹਾਂ ਰਸਤੂ ਨੇ ਕੀਤੀ ਸੀਗੀ ਜਾ ਕੇ। ਆਪਾਂ ਇੱਕ ਵਾਰ ਗੱਲ ਕੀਤੀ ਵੀ ਸੀਗੀ ਵੀ ਜਿਸ ਵੇਲੇ ਅਲੈਗਜ਼ੈਂਡਰ ਦਾ ਜਨਮ ਹੋਇਆ ਸੀ ਤਾਂ ਫਿਲਿਪਸ ਨੂੰ ਲੋਕਾਂ ਨੇ ਆ ਕੇ ਵਧਾਈਆਂ ਦਿੱਤੀਆਂ ਨਾ ਵੀ ਵਲੀ ਅਹਿਦ ਪੈਦਾ ਹੋ ਗਿਆ, ਤਾਂ ਫਿਲਿਪਸ ਨੇ ਮੋਹਰਿਓਂ ਇਹ ਗੱਲ ਕਿਹਾ ਸੀ ਵੀ ਮੈਨੂੰ ਖੁਸ਼ੀ ਤਾਂ ਬਹੁਤ ਹੈ ਵੀ ਮੇਰੇ ਵਲੀ ਅਹਿਦ ਪੈਦਾ ਹੋਇਆ, ਵਾਰਸ ਮੇਰੇ ਪੈਦਾ ਹੋ ਗਿਆ, ਪਰ ਇਹਦੇ ਨਾਲੋਂ ਵੀ ਜ਼ਿਆਦਾ ਖੁਸ਼ੀ ਇਹ ਆ ਵੀ ਉਹ ਅਰਿਸਟੋਟਲ ਦੇ ਟਾਈਮ ਵਿੱਚ ਪੈਦਾ ਹੋਇਆ, ਉਹ ਹੁਣ ਕਹਿੰਦਾ ਉਹਨੂੰ ਗਿਆਨਵਾਨ ਬਣਾ ਦੇਊਗਾ। ਤਾਂ ਉਹ ਫਿਰ ਉਹਦਾ ਅਸਰ ਸੀ ਮਗਰੋਂ ਆ ਕੇ ਫਿਰ ਉਹਦੇ 'ਤੇ ਹੋਇਆ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।